ਪੰਜਾਬ 'ਚ ਜਾਂਦੇ ਹਾਂ ਤੇ ਸਾਡੇ ਲੋਕ ਇਹ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਆਪਣੇ ਉੱਥੇ ਜਿਹੜੇ ਬੱਚੇ ਮਿਲਦੇ ਨੇ ਆਪਣੇ ਰਿਸ਼ਤੇਦਾਰਾਂ ਦੇ, ਉਹ ਕੋਸ਼ਿਸ਼ ਕਰਨਗੇ ਹਮੇਸ਼ਾ ਹੀ ਇੰਗਲਿਸ਼ ਬੋਲਣ ਨੂੰ ਤਰਜੀਹ ਦੇਣ ਨੂੰ, ਜਾਂ ਉਹ ਅੱਜ ਕੱਲ੍ਹ ਇੱਕ ਟ੍ਰੈਂਡ ਹੋ ਗਿਆ ਪੰਜਾਬ 'ਚ ਵੀ ਹਿੰਦੀ ਬੋਲਣ ਦਾ। ਭਾਵੇਂ ਉਹ ਬੱਚੇ ਪੰਜਾਬੀ ਹਨ, ਹਿੰਦੀ ਨੂੰ ਥੋੜ੍ਹਾ ਜਿਹਾ ਉਹ ਇੱਕ ਵੱਖਰੇ ਤਰੀਕੇ ਦਾ ਸੋਚਦੇ ਨੇ ਕਿ ਹਿੰਦੀ ਦਾ ਸਟੈਂਡਰਡ ਹਾਈ ਹੈ। ਇਹ ਉਹਨਾਂ ਦੇ ਦਿਮਾਗ 'ਚ ਇੱਕ ਆਪਣੇ ਆਪ ਕਿਤੇ ਇਹ ਨਹੀਂ ਹੈ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰਦੀ ਹੈ ਕਿ ਕਿਉਂਕਿ ਇਹ ਤੇ ਪੰਜਾਬ ਵਾਲੇ ਲੋਕ ਆਪ ਪੰਜਾਬੀ ਨੂੰ ਛੱਡੀ ਜਾ ਰਹੇ ਨੇ, ਆਪ ਹੀ ਅੰਗਰੇਜ਼ੀ ਨੂੰ ਪੜ੍ਹੀ ਜਾ ਰਹੇ। ਕਿਉਂਕਿ ਹੁੰਦਾ ਕੀ ਪਿਆ ਮੈਂ ਇਸ ਟਾਈਮ ਦੇ ਉੱਤੇ ਜਿਹੜੇ ਕਨਵੈਂਟ ਸਕੂਲ ਹੈਗੇ ਨੇ ਉਹਨਾਂ ਵਿੱਚ ਤੇ ਪੰਜਾਬੀ ਬੋਲਣ ਦੇ ਉੱਤੇ ਤੇ ਤੁਹਾਨੂੰ ਫਾਈਨ ਲੱਗਣ ਲੱਗ ਪਿਆ। ਜਦੋਂ ਸਰਕਾਰਾਂ ਨੂੰ ਇਹੋ ਜਿਹੀਆਂ ਚੀਜ਼ਾਂ ਪਤਾ ਚੱਲਦੀਆਂ ਹੈ ਕਿ ਲੋਕੀ ਉੱਥੇ ਪ੍ਰੈਫਰ ਕਰਦੇ ਨੇ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਪਾਉਣਾ ਕਨਵੈਂਟ, ਵੀ ਬੱਚੇ ਆਪ ਸਾਡੇ ਇੰਗਲਿਸ਼ ਬੋਲਣ ਜਾਂ ਫਿਰ ਹਿੰਦੀ ਬੋਲਣ, ਪੰਜਾਬੀ ਤੋਂ ਉੱਥੇ ਬੈਨ ਹੈਗੀ ਅੰਦਰ। ਸਰਕਾਰਾਂ ਜੇ ਪੰਜਾਬ ਦੀਆਂ ਸਰਕਾਰਾਂ ਉਹਦੇ ਵੱਲ ਨਹੀਂ ਧਿਆਨ ਦਿੰਦੀਆਂ, ਤੇ ਜੇ ਕੇਂਦਰ ਦੀ ਸਰਕਾਰ ਨੇ ਇਹ ਐਨਾਲਾਈਜ਼ ਕੀਤਾ ਹੋਏਗਾ ਕਿ ਪੰਜਾਬੀ ਤਾਂ ਆਪ ਪੰਜਾਬ ਨੂੰ ਛੱਡੀ ਜਾਂਦੇ ਨੇ, ਮਤਲਬ ਕਿ ਪੰਜਾਬੀ ਬੋਲੀ ਨੂੰ ਛੱਡੀ ਜਾਂਦੇ ਨੇ, ਫਿਰ ਅਸੀਂ ਜੰਮੂ ਕਸ਼ਮੀਰ 'ਚ ਕਿਉਂ ਦੇਣਾ? ਇਹਦੇ 'ਚ ਦੋਸ਼ ਕਿਤੇ ਨਾ ਕਿਤੇ ਤਾਂ ਸਾਡਾ ਵੀ ਤਾਂ ਹੈਗਾ ਹੀ ਹੈ। ਯੂਨੀਵੀਜ਼ਾ ਕੰਸਲਟੈਂਟਸ ਡੀਲ ਕਰਦਾ ਹੈ ਹਰ ਦੇਸ਼ ਦੇ ਸਟੱਡੀ ਵੀਜ਼ਾ ਦੇ ਵਿੱਚ। ਸਿਰਫ ਇੱਥੋਂ ਤੱਕ ਹੀ ਨਹੀਂ, ਜਦੋਂ ਸਟੱਡੀ ਵੀਜ਼ਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਵੀ ਸਟੂਡੈਂਟਸ ਦੀ ਹੈਲਪ ਕੀਤੀ ਜਾਂਦੀ ਹੈ। ਜਿਵੇਂ ਕਿ ਜੇਕਰ ਸਟੂਡੈਂਟ ਨੇ ਅਕੋਮੋਡੇਸ਼ਨ ਲੈਣੀ ਹੈ, ਕੋਰਸ ਰਜਿਸਟਰ ਕਰਨਾ ਹੈ, ਕਿਉਂਕਿ ਸਟੱਡੀ ਵੀਜ਼ਾ ਤੋਂ ਬਾਅਦ ਵਰਕ ਪਰਮਿਟ ਜਾਂ PR ਅਪਲਾਈ ਕਰਨੀ ਹੈ। ਯੂਨੀਵੀਜ਼ਾ ਕੰਸਲਟੈਂਟਸ ਇਸ ਤੋਂ ਬਿਨਾਂ ਟੂਰਿਸਟ ਵੀਜ਼ਾ ਐਂਡ ਬਿਜ਼ਨਸ ਵੀਜ਼ਾ ਵਿੱਚ ਵੀ ਡੀਲ ਕਰਦਾ ਹੈ। ਯੂਨੀਵੀਜ਼ਾ ਕੰਸਲਟੈਂਟਸ ਦੀਆਂ ਇੰਡੀਆ, ਆਸਟ੍ਰੇਲੀਆ, ਕੈਨੇਡਾ ਅਤੇ UK ਦੇ ਵਿੱਚ ਬ੍ਰਾਂਚਸ ਹਨ। ਇੰਡੀਆ ਦੇ ਵਿੱਚ ਪੰਜਾਬ ਵਿੱਚ 3 ਬ੍ਰਾਂਚਸ ਹਨ, ਜੋ ਕਿ ਬਠਿੰਡਾ, ਮੋਹਾਲੀ ਅਤੇ ਸੰਗਰੂਰ ਵਿੱਚ ਲੋਕੇਟਡ ਹਨ। ਸੋ ਕਿਸੇ ਵੀ ਕੰਟਰੀ ਦੇ ਵੀਜ਼ਾ ਸੰਬੰਧੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰਸ ਤੋਂ ਲੈ ਸਕਦੇ ਹੋ। ਆਪਣਾ ਫਰੈਂਡਸ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਾਫ਼ ਤੇ ਸਿੱਧੀ ਗੱਲ। ਅੱਜ ਸਾਫ਼ ਤੇ ਸਿੱਧੀ ਗੱਲ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਮੈਲਬਨ ਤੋਂ ਸੁਖਬੀਰ ਸਿੰਘ ਜੱਜ ਜੀ, ਜਿਹੜੇ ਕਿ ਜਿਸ ਤਰ੍ਹਾਂ ਸ਼ਾਇਦ ਪਿਛਲੀ ਵਾਰੀ ਵੀ ਅਸੀਂ ਇਹਨਾਂ ਦੀ ਇੰਟਰਵਿਊ ਲਿੱਤੀ ਸੀ ਪੰਜਾਬੀ ਨੂੰ ਲੈ ਕੇ, ਕਿਉਂਕਿ ਇਹਨਾਂ ਨੇ ਪੰਜਾਬੀ ਨੂੰ ਕਾਫੀ ਦੇਣ ਹੈਗੀ ਆ। ਇੱਥੇ 12ਵੀਂ ਕਲਾਸ ਦੇ ਵਿੱਚ ਜਿਹੜੀ ਅੱਜ ਦੀ ਡੇਟ ਦੇ ਵਿੱਚ ਪੰਜਾਬੀ ਇੱਥੇ ਰੈਕੋਗਨਾਈਜ਼ ਹੈਗੀ ਹੈ, ਉਹ ਇਹਨਾਂ ਦੀ ਹੀ ਦੇਣ ਹੈਗੀ ਹੈ। ਤੇ ਵੈਸੇ ਇਹ ਪ੍ਰੋਫੈਸ਼ਨ ਤੋਂ RMIT ਦੇ ਵਿੱਚ ਇੰਜੀਨੀਅਰਿੰਗ ਪੜ੍ਹਾ ਰਹੇ ਨੇ ਮਗਰਲੇ ਕਈ ਸਾਲਾਂ ਤੋਂ। ਸੁਖਬੀਰ ਸਿੰਘ ਜੱਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਤੁਹਾਡੇ ਨਾਲ ਹੀ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ ਤਰਲੋਚਨ ਸਿੰਘ ਜੀ, ਜਰਨਲਿਸਟ ਨੇ। ਤੇ ਤਰਲੋਚਨ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਧੰਨਵਾਦ ਜੀ। ਤੇ ਸਾਡਾ ਅੱਜ ਦਾ ਜਿਹੜਾ ਮੌਜੂ ਹੈਗਾ ਉਹ ਇਹ ਹੈਗਾ ਪੰਜਾਬੀ ਨੂੰ ਹੀ ਲੈ ਕੇ। ਤੇ ਪੰਜਾਬੀ ਜਿਸ ਤਰੀਕੇ ਨਾਲ ਹੁਣ ਖਬਰਾਂ ਆਈਆਂ ਸਨ ਇੰਡੀਆ ਦੇ ਵਿੱਚ, ਪੰਜਾਬੀ ਆਪਾਂ ਨੂੰ ਪਤਾ ਹੀ ਹੈ ਉੱਥੋਂ ਸ਼ੁਰੂ ਹੋਈ ਹੈ, ਆਪਾਂ ਵੀ ਸਾਰੇ ਲੋਕ ਉੱਥੋਂ ਹੀ ਆਏ ਹਾਂ ਪੰਜਾਬੀ ਬੋਲਦੇ। ਤੇ ਹੁਣ ਇਸ ਟਾਈਮ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਕਿ ਕਾਫੀ ਸਾਰੇ ਲੋਕ ਉੱਥੇ, ਈਵਨ ਕਿ ਜਿਹੜੇ ਮੁਸਲਿਮ ਲੋਕ ਹੈਗੇ ਨੇ ਉਹ ਵੀ ਪੰਜਾਬੀ ਬੋਲਦੇ ਨੇ, ਜਿਹੜੇ ਆਪਣਾ ਪੰਜਾਬੀ ਭਾਈਚਾਰਾ ਸਿੱਖੀ ਨੂੰ ਬਿਲੋਂਗ ਕਰਦਾ ਉਹ ਵੀ ਪੰਜਾਬੀ ਬੋਲਦਾ ਹੈ। ਮਗਰ ਹੁਣ ਜਦੋਂ ਸਰਕਾਰ ਵੱਲੋਂ ਉੱਥੇ ਕੁਝ ਜਿਹੜੀਆਂ ਭਾਸ਼ਾਵਾਂ ਨੂੰ ਮਾਨਤਾ ਦੇਣ ਦੀ ਗੱਲ ਕੀਤੀ ਗਈ ਹੈ ਤੇ ਉਹਦੇ ਵਿੱਚ ਪੰਜਾਬੀ ਨੂੰ ਅਣਗੌਲਿਆ ਕੀਤਾ ਗਿਆ, ਜਿਹੜਾ ਕਿ ਇਹ ਜਿਹੜਾ ਦਰਦ ਹੈਗਾ ਪੰਜਾਬੀ ਨੂੰ ਅਣਗੌਲਿਆ ਕਰਨ ਦਾ, ਇਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਰਹਿ ਰਹੇ ਸਿੱਖਾਂ ਦੇ ਵਿੱਚ ਤੇ ਹੈਗਾ ਹੀ ਹੈਗਾ। ਮਗਰ ਇਹ ਦੇਖਣ ਨੂੰ ਆਇਆ ਕਿ ਬਾਹਰ ਜਿਹੜੇ ਸਿੱਖ ਰਹਿ ਰਹੇ ਨੇ ਉਹਨਾਂ ਦੇ ਵਿੱਚ ਵੀ ਇਹ ਦਰਦ ਜਾਗਿਆ ਕਿ ਇਹ ਕਿੱਦਾਂ ਹੋ ਸਕਦਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਪੰਜਾਬੀ ਨੂੰ ਮਾਨਤਾ ਜਿਹੜੀਆਂ ਕਿ ਗੋਰੀਆਂ ਸਰਕਾਰਾਂ ਉਹ ਵੀ ਦੇ ਰਹੀਆਂ ਨੇ, ਤੇ ਇੱਥੇ ਲੋਕੀ ਪੰਜਾਬੀ ਦਾ ਫਾਇਦਾ ਲੈ ਰਹੇ ਨੇ। ਪੂਰੇ ਪੂਰੇ ਅੰਕ ਲੈ ਕੇ ਲੋਕੀ ਇੱਥੇ ਡਾਕਟਰ ਇੰਜੀਨੀਅਰ ਬਣ ਰਹੇ ਨੇ, ਉਹਦੇ ਫਾਇਦਾ ਚੁੱਕ ਰਹੇ ਨੇ ਪੰਜਾਬੀ ਦਾ। ਪੰਜਾਬੀ ਦੇ ਇੱਥੇ ਸਕੂਲ ਬਣ ਰਹੇ ਨੇ। ਲੋਕੀ ਆਪਣੇ ਜਦੋਂ ਵੀ ਸੈਚਰਡੇ ਸੰਡੇ ਜਿਹੜਾ ਵੀ ਟਾਈਮ
ਸਕੂਲ ਦਾ ਹੁੰਦਾ ਹੈ, ਉੱਥੇ ਜਾ ਕੇ ਸਟੱਡੀ ਕਰਦੇ ਨੇ, ਉਹਦਾ ਫਾਇਦਾ ਲੈਂਦੇ। ਮਗਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਹੈ, ਉੱਥੇ ਉਹ ਜਿਹੜੀ ਪੰਜਾਬੀ ਹੈ ਹੁਣ ਉਹਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਮੈਂ ਸਿਰਫ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਪਹਿਲੇ ਕਿ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਜੀ? ਹਰਮੀਤ ਸਿੰਘ ਜੀ, ਇਹ ਬੜਾ ਦੁਖਦਾਈ ਤੇ ਮੰਦਭਾਗਾ ਵਰਤਾਰਾ, ਔਰ ਮੈਂ ਇਹਦੇ ਬਾਰੇ ਜਾਣਕਾਰੀ ਹੋਰ ਲੈ ਰਿਹਾ ਸੀ। ਇਹ ਪਹਿਲੀ ਵਾਰ ਨਹੀਂ ਹੋਇਆ, ਸਾਨੂੰ ਪਤਾ ਹੋਣ ਲੱਗ ਰਿਹਾ। ਪਿਛਲੇ ਸਾਲ 2019 ਫਰਵਰੀ ਦੇ ਵਿੱਚ ਇਹਨਾਂ ਨੇ ਹਿਮਾਚਲ ਦੇ ਵਿੱਚੋਂ ਪੰਜਾਬੀ ਦਾ ਦੂਜਾ ਜਿਹੜਾ ਦਰਜਾ ਹਟਾ ਕੇ ਉਹਦੀ ਜਗ੍ਹਾ ਸੰਸਕ੍ਰਿਤ ਕੀਤੀ ਆ। ਪਰ ਉਦੋਂ ਮੇਰਾ ਖਿਆਲ ਇਹਨਾਂ ਰੌਲਾ ਨਹੀਂ ਪਿਆ, ਕਿਉਂਕਿ ਸੰਸਕ੍ਰਿਤ ਤੁਸੀਂ ਦੱਸ ਸਕਦੇ ਆ ਵੀ ਜਿੱਦਾਂ ਹੁਣ ਪੰਜਾਬ ਦੇ ਨਾਲ ਹਿਮਾਚਲ ਦੇ ਜਿਹੜੇ ਸ਼ਹਿਰ ਲੱਗਦੇ ਆ, ਉਹਨਾਂ 'ਚ ਕਿੱਥੇ ਕਿਹੜੀ ਜਗ੍ਹਾ ਹੈ ਜਿੱਥੇ ਸੰਸਕ੍ਰਿਤ ਬੋਲੀ ਜਾਂਦੀ ਹੈ, ਜਾਂ ਹਿਮਾਚਲ 'ਚ ਕਿੱਥੇ ਸੰਸਕ੍ਰਿਤ ਬੋਲੀ ਜਾਂਦੀ ਹੈ। ਸੋ ਹੁਣ ਉਹਨਾਂ ਨੇ ਪਿਛਲੇ ਸਾਲ ਸੰਸਕ੍ਰਿਤ ਨੂੰ ਦੂਜੀ ਭਾਸ਼ਾ ਦਾ ਦਰਜਾ ਓਫੀਸ਼ੀਅਲ ਤੌਰ ਤੇ ਦੇ ਦਿੱਤਾ ਆ। ਸੋ ਹੁਣ ਉਹਨਾਂ ਨੇ ਉਦੋਂ ਬਾਅਦ ਜੰਮੂ ਕਸ਼ਮੀਰ ਤੇ ਆ ਗਏ ਆ, ਹੁਣ ਜੰਮੂ ਕਸ਼ਮੀਰ ਤੋਂ ਪੰਜਾਬੀ ਕੱਢ ਦਿੱਤੀ ਆ। ਹੁਣ ਜਦੋਂ ਅਸੀਂ ਦੇਖਿਆ ਜਾਵੇ ਤੇ ਪੰਜਾਬੀ ਦੀਆਂ ਤਕਰੀਬਨ 28 ਉਪ ਭਾਸ਼ਾਵਾਂ ਆ, 28, ਜਿਨ੍ਹਾਂ 'ਚ ਡੋਗਰੀ ਵੀ ਆ ਹੈ ਜੀ, ਉਹਦੇ 'ਚ ਕਾਂਗੜੀ ਵੀ ਆ। ਸੋ ਇਸ ਤਰ੍ਹਾਂ ਕਰਕੇ 28 ਆ। ਹੌਲੀ ਹੌਲੀ ਜਦੋਂ ਇਹ ਖਤਮ ਕਰੀ ਜਾਣਗੇ ਤੇ ਉਹਦੇ ਨਾਲ ਨੁਕਸਾਨ ਕੱਲਾ ਪੰਜਾਬ ਨੂੰ ਨਹੀਂ ਹੋਣਾ, ਉਹਦੇ ਨਾਲ ਇਹ ਜਿਹੜੀਆਂ ਫਾਸ਼ੀਵਾਦੀ ਤਾਕਤਾਂ ਹੈ ਨਾ, ਨੁਕਸਾਨ ਇਹਨਾਂ ਨੂੰ ਵੀ ਹੋਣਾ ਆ। ਸੋ ਇਹ ਮੰਦਭਾਗਾ ਇਹਨਾਂ ਦਾ ਫੈਸਲਾ ਆ ਤੇ ਇਹਨਾਂ ਨੂੰ ਮੁੜ ਕੇ ਤੇ ਵਿਚਾਰ ਕਰਨੀ ਚਾਹੀਦੀ ਆ। ਪੰਜਾਬੀ ਨੂੰ ਇਸ ਤਰ੍ਹਾਂ ਦੁਰਕਾਰਨਾ ਨਹੀਂ ਚਾਹੀਦਾ। ਬਿਲਕੁਲ ਠੀਕ। ਤੇ ਤਰਲੋਚਨ ਜੀ, ਤੁਹਾਡਾ ਕੀ ਟੇਕ ਹੈਗਾ ਇਹਦੇ ਤੇ? ਹਾਂਜੀ ਅਮੀਰ ਜੀ, ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਹੈ, ਪੰਜਾਬੀ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਪੰਜਾਬ ਦੇ ਲੋਕ ਹੋਣ, ਇਹਨਾਂ ਦੇ ਨਾਲ ਹਮੇਸ਼ਾ ਧੱਕਾ ਹੁੰਦਾ ਆਇਆ ਹੈ। ਪੰਜਾਬ ਇੱਕ ਬੜਾ ਤਕੜਾ ਮੁਲਕ ਸੀਗਾ, ਹਿਮਾਚਲ ਬਣਿਆ, ਹਾਂਜੀ, ਚੰਡੀਗੜ੍ਹ ਦਾ ਹਜੇ ਮਸਲਾ ਚੱਲਦਾ ਪਿਆ, ਪਾਣੀ ਦਾ ਮਸਲਾ ਚੱਲਦਾ ਪਿਆ, ਹਰਿਆਣਾ ਬਣਾਤਾ, ਤੇ ਜੰਮੂ ਤੱਕ ਸਾਡੀ ਮਤਲਬ ਰਿਆਸਤ ਸੀਗੀ। ਜਿਵੇਂ ਆਪਾਂ ਗੱਲ ਕੀਤੀ, ਪੰਜਾਬੀ ਸਾਡੀ ਚਾਰੋਂ ਪਾਸੇ ਸੀਗੀ, ਚਾਹੇ ਚੜ੍ਹਦਾ ਪੰਜਾਬ ਹੋਵੇ ਚਾਹੇ ਲਹਿੰਦਾ ਪੰਜਾਬ ਹੋਵੇ, ਪੰਜਾਬੀ ਚਾਰੋਂ ਪਾਸੇ ਸੀਗੀ। ਪਰ ਪੰਜਾਬੀ ਨੂੰ ਉਹ ਦਰਜਾ ਕਿਉਂ ਨਹੀਂ ਮਿਲਿਆ? ਕਿਉਂਕਿ ਸਾਡੀਆਂ ਆਪਣੀਆਂ ਸਰਕਾਰਾਂ ਹੀ ਨਾਕਾਮਯਾਬ ਸੀਗੀਆਂ। ਸਾਡੀ ਸਰਕਾਰਾਂ ਨੇ ਹੀ ਆਪਣੇ ਲੋਕਾਂ ਦੇ ਖਿਲਾਫ ਹੀ ਮੋਰਚੇ ਖੋਲ੍ਹ ਲਏ, ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਦੇ ਕੇ ਜਿਤਾਇਆ, ਉਹਨਾਂ ਦੀ ਨਹੀਂ ਬਣੀਆਂ, ਤੇ ਪੰਜਾਬੀ ਦਾ ਹਾਲ ਹੋਣਾ ਬਣਦਾ ਸੀਗਾ। ਇਹ ਅਸੀਂ ਜੇ ਸੋਚ ਕੇ ਚੱਲੀਏ ਕਿ ਅਸੀਂ ਅੱਜ ਤੋਂ, ਜਾਂ ਇਹ ਹੁਣ ਹਿਮਾਚਲ ਦੀ ਗੱਲ ਹੋਵੇ ਚਾਹੇ ਜੰਮੂ ਦੀ ਗੱਲ ਹੋਵੇ, ਇਹ ਗੱਲਾਂ ਬੜੀਆਂ ਪੁਰਾਣੀਆਂ ਚੱਲਦੀਆਂ ਆ ਰਹੀਆਂ। ਸਾਡੀ ਸਰਕਾਰਾਂ, ਚਾਹੇ ਬਾਦਲ ਸਰਕਾਰ ਸੀਗੀ, ਹੁਣ ਚਾਹੇ ਕਾਂਗਰਸ ਸਰਕਾਰ ਹੈ, ਕਿਸੇ ਨੇ ਹੱਥ ਨਹੀਂ ਪੱਲਾ ਨਹੀਂ ਫੜਿਆ ਪੰਜਾਬੀ ਦਾ, ਤੇ ਅਸੀਂ ਪੰਜਾਬੀ ਨੂੰ ਅਨਪੜ੍ਹਾਂ ਦੀ ਪੰਜਾਬੀ ਦਾ ਕੈਟਾਗਰੀ ਲਿਜਾ ਕੇ ਖੜਾ ਕਰ ਦਿੱਤਾ। ਇਹ ਕਿਹਦੀਆਂ ਗਲਤੀਆਂ ਨੇ? ਆਪਣੀ ਸਰਕਾਰ ਦੀ ਗਲਤੀਆਂ ਨੇ। ਇਹ ਨਹੀਂ ਹੋਣਾ ਚਾਹੀਦਾ ਸੀਗਾ, ਇਹ ਜੋ ਅੱਜ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ। ਮਗਰ ਇੱਕ ਚੀਜ਼ ਇਹਦੇ ਨਾਲ ਇਹ ਵੀ ਦੇਖਣ ਨੂੰ ਆਉਂਦੀ ਹੈ ਨਾ, ਜੇਕਰ ਆਪਾਂ ਸਿਰਫ ਪੰਜਾਬੀ ਦੀ ਇਸ ਤਰੀਕੇ ਨਾਲ ਆਪਾਂ ਗੱਲ ਕਰੀਏ, ਜਦੋਂ ਅਸੀਂ ਲੋਕ ਕਿਤੇ ਪੰਜਾਬ 'ਚ ਜਾਂਦੇ ਹਾਂ ਤੇ ਸਾਡੇ ਲੋਕ ਇਹ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਆਪਣੇ ਉੱਥੇ ਜਿਹੜੇ ਬੱਚੇ ਮਿਲਦੇ ਨੇ ਆਪਣੇ ਰਿਸ਼ਤੇਦਾਰਾਂ ਦੇ, ਉਹ ਕੋਸ਼ਿਸ਼ ਕਰਨਗੇ ਹਮੇਸ਼ਾ ਹੀ ਇੰਗਲਿਸ਼ ਬੋਲਣ ਨੂੰ ਤਰਜੀਹ ਦੇਣ ਨੂੰ, ਜਾਂ ਉਹ ਅੱਜ ਕੱਲ੍ਹ ਇੱਕ ਟ੍ਰੈਂਡ ਹੋ ਗਿਆ ਪੰਜਾਬ 'ਚ ਵੀ ਹਿੰਦੀ ਬੋਲਣ ਦਾ। ਭਾਵੇਂ ਉਹ ਬੱਚੇ ਪੰਜਾਬੀ ਹਨ, ਹਿੰਦੀ ਨੂੰ ਥੋੜ੍ਹਾ ਜਿਹਾ ਉਹ ਇੱਕ ਵੱਖਰੇ ਤਰੀਕੇ ਦਾ ਸੋਚਦੇ ਨੇ ਕਿ ਹਿੰਦੀ ਦਾ ਸਟੈਂਡਰਡ ਹਾਈ ਹੈ। ਇਹ ਉਹਨਾਂ ਦੇ ਦਿਮਾਗ 'ਚ ਇੱਕ ਆਪਣੇ ਆਪ, ਕਿਤੇ ਇਹ ਨਹੀਂ ਹੈ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰਦੀ ਹੈ ਕਿ ਲੋਕੀ ਇਹ ਤੇ ਪੰਜਾਬ ਵਾਲੇ ਲੋਕ ਆਪ ਹੀ ਪੰਜਾਬੀ ਨੂੰ ਛੱਡੀ ਜਾ ਰਹੇ ਨੇ, ਆਪ ਹੀ ਅੰਗਰੇਜ਼ੀ ਨੂੰ ਫੜੀ ਜਾ ਰਹੇ ਨੇ। ਕਿਉਂਕਿ ਹੁੰਦਾ ਕੀ ਪਿਆ ਵਾ ਇਸ ਟਾਈਮ ਦੇ ਉੱਤੇ, ਜਿਹੜੇ ਕਨਵੈਂਟ ਸਕੂਲ ਹੈਗੇ ਨੇ ਉਹਨਾਂ ਵਿੱਚ ਤੇ ਪੰਜਾਬੀ ਬੋਲਣ ਦੇ ਉੱਤੇ ਤੇ ਤੁਹਾਨੂੰ ਫਾਈਨ ਲੱਗਣ ਲੱਗ ਪਿਆ। ਜਦੋਂ ਸਰਕਾਰਾਂ ਨੂੰ ਇਹੋ ਜਿਹੀਆਂ ਚੀਜ਼ਾਂ ਪਤਾ ਚੱਲਦੀਆਂ ਕਿ ਲੋਕੀ ਉੱਥੇ ਪ੍ਰੈਫਰ ਕਰਦੇ ਨੇ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਪਾਉਣਾ, ਕਨਵੈਂਟ, ਵੀ ਬੱਚੇ ਸਾਡੇ ਇੰਗਲਿਸ਼ ਬੋਲਣ ਜਾਂ ਫਿਰ ਹਿੰਦੀ ਬੋਲਣ, ਪੰਜਾਬੀ ਤੋਂ ਉੱਥੇ ਬੈਨ ਹੈਗੀ ਅੰਦਰ। ਸਰਕਾਰਾਂ, ਜੇ ਪੰਜਾਬ ਦੀਆਂ ਸਰਕਾਰਾਂ ਉਹਦੇ ਵੱਲ ਨਹੀਂ ਧਿਆਨ ਦਿੰਦੀਆਂ, ਤੇ ਜੇ ਕੇਂਦਰ ਦੀ ਸਰਕਾਰ ਨੇ ਐਨਾਲਾਈਜ਼ ਕੀਤਾ ਹੋਏਗਾ ਕਿ ਪੰਜਾਬੀ ਤਾਂ ਆਪ ਹੀ ਪੰਜਾਬ ਨੂੰ ਛੱਡੇ ਹੀ ਜਾਂਦੇ ਨੇ, ਬਦਲ ਗਈ ਪੰਜਾਬੀ ਬੋਲੀ ਨੂੰ ਛੱਡੀ ਜਾਂਦੇ ਨੇ, ਫਿਰ ਅਸੀਂ ਜੰਮੂ ਕਸ਼ਮੀਰ 'ਚ ਕਿਉਂ ਦੇਣਾ? ਇਹਦੇ 'ਚ ਦੋਸ਼ ਕਿਤੇ ਨਾ ਕਿਤੇ ਤਾਂ ਸਾਡਾ ਵੀ ਤੇ ਹੈਗਾ ਹੀ ਹੈ। ਹਾਂਜੀ ਹਰਮੀਤ ਸਿੰਘ ਜੀ, ਮੈਨੂੰ ਇਉਂ ਲੱਗਦਾ ਕਿ ਜਿਹੜਾ ਤੁਹਾਡਾ ਜਿਹੜਾ ਤੁਸੀਂ ਜਿਹੜੀ ਸਟੇਟਮੈਂਟ ਦਿੱਤੀ ਹੈ, ਇਹਦੇ ਦੋ ਹਿੱਸੇ ਆ। ਪਹਿਲੇ ਹਿੱਸੇ 'ਚ ਤੁਸੀਂ ਇਹ ਜ਼ਿਕਰ ਕੀਤਾ ਕਿ ਪੰਜਾਬ ਦੇ ਲੋਕ ਪੰਜਾਬੀ ਨੂੰ ਛੱਡ ਕੇ ਦੂਜੀ ਭਾਸ਼ਾਵਾਂ ਨੂੰ, ਖਾਸ ਕਰਕੇ ਹਿੰਦੀ ਨੂੰ ਤਰਜੀਹ ਦੇ ਰਹੇ ਆ, ਹਾਂਜੀ, ਹਨਾ, ਇੰਗਲਿਸ਼ ਜਾਂ ਹਿੰਦੀ ਨੂੰ ਤਰਜੀਹ ਦੇ ਰਹੇ ਆ। ਪਰ ਸਾਨੂੰ ਇਹ ਬੜੀ ਸੋਚ ਵਾਲੀ ਗੱਲ ਆ ਕਿ ਇਹ ਪਹਿਲਾਂ ਕਿਉਂ ਨਹੀਂ ਤਰਜੀਹ ਦਿੱਤੀ ਲੋਕਾਂ ਨੇ? ਕਿਉਂਕਿ ਪਹਿਲਾਂ ਫਾਰਸੀ ਵੀ ਸੀ, ਉਰਦੂ ਵੀ ਸੀ, ਉੱਥੇ ਲੋਕਾਂ ਨੇ ਪੰਜਾਬੀ ਨਹੀਂ ਛੱਡੀ। ਇਹ ਵਿਚਾਰਨੇ ਵਾਲੀ ਗੱਲ ਆ ਕਿ ਇੱਥੇ ਇਹ ਲੋਕਾਂ ਦਾ ਕਸੂਰ ਨਹੀਂ ਆ, ਇਹ
ਬੜੇ ਇੱਕ ਤਰੀਕੇ ਦੇ ਨਾਲ, ਇੱਕ ਬੜੇ ਢੰਗ ਦੇ ਨਾਲ ਪੰਜਾਬੀ ਲੋਕਾਂ ਨੂੰ ਇਸ ਤਰ੍ਹਾਂ ਕਰਵਾਇਆ ਜਾ ਰਿਹਾ। ਕਿਉਂਕਿ ਜਦੋਂ ਉੱਥੇ ਪ੍ਰਾਈਵੇਟ ਸਕੂਲ ਖੁੱਲ ਗਏ, ਪ੍ਰਾਈਵੇਟ ਸਕੂਲਾਂ ਦੇ ਵਿੱਚ ਛੋਟੇ ਛੋਟੇ ਨਰਸਰੀ ਦੇ ਸਕੂਲ ਜਿਹੜੇ ਆ ਉੱਥੇ ਵੀ ਹਿੰਦੀ ਪੜ੍ਹਾਈ ਜਾਂਦੀ ਆ, ਔਰ ਸਾਡੇ ਆਪਣੇ ਲੋਕ ਪੜ੍ਹਾ ਰਹੇ ਆ, ਠੀਕ ਹੈ ਜੀ। ਕਿਉਂਕਿ ਇਹ ਇੱਕ ਖਾਸ ਤਰੀਕੇ ਦੇ ਨਾਲ ਪੰਜਾਬ ਦੇ ਉੱਤੇ ਗਲਵਾ ਪਾਇਆ ਜਾ ਰਿਹਾ ਹਿੰਦੀ ਦਾ, ਕਿਉਂਕਿ ਇਹ ਜਿਹੜਾ ਇੱਕ ਸੱਭਿਆਚਾਰ ਸਾਰੇ ਮੁਲਕ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਇਹਨੂੰ ਅਸੀਂ ਸਮਝੀਏ ਨਾ ਜਾਂ ਨਾ ਸਮਝੀਏ, ਚਾਹੇ ਅੱਖਾਂ ਮੀਟ ਕੇ ਕਬੂਤਰ ਦੀ ਤਰ੍ਹਾਂ ਬੈਠੇ ਰਹੀਏ, ਇਹ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਚੱਲ ਰਹੀ ਹੈ, ਜਿਹਦੇ ਤਹਿਤ ਇਹ ਪੰਜਾਬੀ ਜਾਂ ਹੋਰ ਭਾਸ਼ਾਵਾਂ ਨੂੰ ਖਤਮ ਕਰਕੇ ਉੱਥੇ ਹਿੰਦੀ ਲਾਗੂ ਕਰਨਾ ਚਾਹੁੰਦੇ ਆ। ਜੇ ਆਪਾਂ ਹੁਣ ਦੇਖਿਆ ਜਾਵੇ ਕਿ ਜਿਹੜੀਆਂ ਸਾਡਾ ਭਾਰਤ ਦਾ ਸੰਵਿਧਾਨ ਆ, ਉਹਦੇ ਵਿੱਚ ਜਿਹੜੀ ਹਿੰਦੀ ਆ ਜਾਂ ਪੰਜਾਬੀ ਆ, ਉਹਨਾਂ ਦਾ ਇਕੁਅਲ ਦਰਜਾ ਆ, ਉਹਨਾਂ ਨੂੰ ਬਰਾਬਰਤਾ ਆ। ਹਿੰਦੀ ਨੂੰ ਕੋਈ ਮੋਹਰੀ ਨਹੀਂ ਬਣਾਇਆ ਗਿਆ ਸੰਵਿਧਾਨ ਦੇ ਵਿੱਚ। ਇਹ ਫੈਡਰੇਸ਼ਨ ਆ ਜਿਹੜਾ ਇੰਡੀਆ ਆ, ਉਹ ਇੱਕ ਫੈਡਰੇਸ਼ਨ ਆਫ ਸਟੇਟਸ ਆ, ਠੀਕ ਹੈ ਜੀ। ਪਰ ਉੱਥੇ ਹਿੰਦੀ ਨੂੰ ਲਾਗੂ ਕੀਤਾ ਜਾ ਰਿਹਾ ਸਾਰੀਆਂ ਸਟੇਟਾਂ ਦੇ ਵਿੱਚ। ਸੋ ਇੱਕ ਫਾਸ਼ੀਵਾਦੀ ਤਾਕਤਾਂ ਜਿਹੜੀਆਂ ਨਾ ਜੀ, ਇਹ ਉਹਨਾਂ ਦੀ ਚਾਲ ਆ, ਔਰ ਸਾਡੇ ਲੋਕ ਉਸ ਚਾਲ ਦੇ ਵਿੱਚ ਫਸ ਰਹੇ ਆ, ਜਾਣੇ ਅਣਜਾਣੇ 'ਚ। ਤੇ ਹਾਂ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਲੀਡਰ ਲੋਕ ਜਿਹੜੇ ਸਾਡੇ, ਉਹਨਾਂ ਦਾ ਕੋਈ ਧਿਆਨ ਨਹੀਂ ਇੱਧਰਲੇ ਪਾਸੇ। ਹਾਂਜੀ, ਇੱਥੇ ਇੱਕ ਹੋਰ ਗੱਲ ਹੈ ਜੀ, ਜਿਹੜਾ ਸਾਡਾ ਅੱਜ ਕੱਲ੍ਹ ਦਾ ਮਾਡਰਨ ਸਟਰਕਚਰ ਹੈਗਾ ਸਾਡੇ ਸਕੂਲਾਂ ਦਾ, ਪੰਜਾਬ ਹੋਵੇ ਚਾਹੇ ਪੂਰਾ ਇੰਡੀਆ ਹੋਵੇ, ਉਹ ਬੜੇ ਡਿਫਰੈਂਟ ਵੇ ਨਾਲ ਬਦਲੀ ਕੀਤਾ ਜਾ ਰਿਹਾ। ਜਿਹੜੇ ਸਾਡੇ ਪੇਰੈਂਟਸ ਨੇ, ਸਾਡੇ ਮਾਂ-ਪਿਓ ਨੇ ਬੱਚਿਆਂ ਦੇ, ਉਹ ਵੀ ਬੜਾ ਫਖਰ ਮਹਿਸੂਸ ਕਰਦੇ ਨੇ ਜਦੋਂ ਉਹਦਾ ਬੱਚਾ ਅੰਗਰੇਜ਼ੀ ਬੋਲਦਾ ਤੇ ਹਿੰਦੀ ਬੋਲਦਾ ਹੈ, ਤੇ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਹਿੰਦੀ ਬੋਲਣ। ਈਵਨ ਜੇ ਤੁਸੀਂ ਸਕੂਲ ਛੱਡੋ, ਤੁਸੀਂ ਕਿਸੇ ਮਾਲ ਚਲੇ ਜਾਓ, ਆਫਿਸ ਚਲੇ ਜਾਓ, ਕਿਸੇ ਦੁਕਾਨ ਤੇ ਚਲੇ ਜਾਓ, ਕਿਤੇ ਚਲੇ ਜਾਓ, ਉਹ ਹਿੰਦੀ ਬੋਲਣਾ ਪਸੰਦ ਕਰਦੇ ਨੇ, ਨਾ ਕਿ ਪੰਜਾਬੀ ਬੋਲਣਾ ਪਸੰਦ ਕਰਦੇ ਨੇ। ਇਹ ਜਿਹੜੀ ਜੋ ਗੱਲ ਚੱਲ ਰਹੀ ਹੈ, ਇਹ ਗੱਲ ਜਦੋਂ ਤੋਂ ਕੀ ਕਹਿੰਦੇ ਨੇ, ਆਪਣੇ ਇੰਦਰਾ ਗਾਂਧੀ ਦੇ ਜਦੋਂ ਕਤਲ ਹੋਇਆ ਸੀਗਾ, ਉਸ ਤੋਂ ਬਾਅਦ ਜਦੋਂ 84 ਦੇ ਜਿਹੜੇ ਦੰਗੇ ਹੋਏ ਨੇ, ਉਸ ਤੋਂ ਬਾਅਦ ਪੰਜਾਬੀ ਨੂੰ ਪੂਰੀ ਗੇਰਨ ਦੀ ਪੂਰੀ ਤਰ੍ਹਾਂ ਦੇ ਚਾਲਾਂ ਚੱਲੀਆਂ ਜਾ ਰਹੀਆਂ ਹੈ। ਕੋਈ ਵੀ ਸਰਕਾਰ ਹੋਵੇ, ਪੂਰੀ ਤਰ੍ਹਾਂ ਇਹਦੇ ਪਿੱਛੇ ਪਈ ਹੈ ਕਿ ਆਪਾਂ ਦੇਖੋ, ਜਦੋਂ ਪੰਜਾਬੀ ਭਾਸ਼ਾ ਗਈ ਤਾਂ ਸਾਡੀ ਪੰਜਾਬੀਅਤ ਗਈ, ਸਿੱਧੀ ਗੱਲ ਹੈ, ਇਹ ਸਭ ਨੂੰ ਪਤਾ ਹੈ। ਸੰਸਕ੍ਰਿਤ ਦਾ ਕੀ ਹਾਲ ਹੋਇਆ? ਸੰਸਕ੍ਰਿਤ ਬਹੁਤ ਪੁਰਾਣੀ ਭਾਸ਼ਾ ਸੀਗੀ, ਉਹਦਾ ਅੱਜ ਇਹ ਹਾਲ ਹੋ ਗਿਆ ਕਿ ਉਹਨੂੰ ਕੋਈ ਪੜ੍ਹਦਾ ਨਹੀਂ ਹੈ, ਉਹਨੂੰ ਕੋਈ ਸੁਣਦਾ ਨਹੀਂ ਹੈ, ਲੋਕ ਜਾਣਦੇ ਨਹੀਂ। ਉਹ ਗ੍ਰੰਥਾਂ ਦੀ ਵੈਲਿਊ ਰਹਿ ਗਈ ਹੈ, ਉਹ ਇੱਕ ਗ੍ਰੰਥ ਦੀ ਜੋਗੀ ਇੱਕ ਰਹਿ ਗਈ ਹੈ। ਉਹੀ ਹਾਲ ਉਹ ਪੰਜਾਬੀ ਦਾ ਕਰਨਾ ਚਾਹੁੰਦੇ ਨੇ ਕਿ ਪੰਜਾਬੀ ਬਸ ਗ੍ਰੰਥ ਪੜ੍ਹਾਂਗੇ ਆਪਾਂ ਤੇ ਪਾਠ ਕਰਾਂਗੇ, ਦੈਟਸ ਇਟ, ਨੋਬਡੀ ਸਪੀਕ ਪੰਜਾਬੀ ਐਟ ਹੋਮ। ਇਹੀ ਚਾਹੁੰਦੇ ਨੇ, ਉਹ ਅਸੀਂ ਕਰ ਰਹੇ ਆ ਹਿੰਦੀ ਦਾ ਸਾਥ ਦੇ ਕੇ, ਜਾਂ ਸਕੂਲ ਜੋ ਨਿਊ ਪਾਲਿਸੀਆਂ ਚਲਾ ਕੇ ਕਰ ਰਹੇ ਨੇ, ਉਹ ਇਸ ਲਈ ਕਰ ਰਹੇ ਨੇ। ਇਹ ਸਰਕਾਰ ਇਹਦੇ ਮਿਲੀ ਭਗਤੀ ਹੈ ਪੂਰੀ, ਉਹ ਇੱਕ ਚਾਲ ਚੱਲੀ ਜਾ ਰਹੀ ਹੈ, ਇੱਕ ਵੇ ਕੀਤਾ ਜਾ ਰਿਹਾ ਕਿ ਅਸੀਂ ਪੰਜਾਬੀ ਨੂੰ ਪਿੱਛੇ ਕਰਨਾ ਹੀ ਕਰਨਾ ਹੈ। ਇਹ ਇੱਕ ਵਰਤਾਰਾ ਹੈ ਜੀ, ਜਿਹੜਾ ਜਦੋਂ ਵੀ ਅਸੀਂ ਦੇਖਿਆ ਕਦੀ ਇਨਕਰੀਮੈਂਟਲ ਚੇਂਜ ਜਿਹੜੀ ਹੁੰਦੀ ਹੈ ਨਾ, ਜਿਹੜੀ ਤਬਦੀਲੀ ਬਹੁਤ ਥੋੜੇ ਲੈਵਲ ਤੇ ਹੋ ਰਹੀ ਹੋਵੇ, ਸਾਨੂੰ ਉਹਦਾ ਪਤਾ ਨਹੀਂ ਲੱਗਦਾ ਜੀ। ਉਹ ਇਹ ਇੱਕ ਇਨਕਰੀਮੈਂਟਲ ਚੇਂਜ ਆ ਜਿਹੜੀ ਉਹ ਹੌਲੀ ਹੌਲੀ ਲਿਆ ਰਿਹਾ, ਜਿਸ ਵਰਤਾਰੇ ਦਾ ਸਾਨੂੰ ਸਮਝ ਨਹੀਂ ਆ ਰਹੀ। ਪਰ ਇਹ ਵਰਤਾਰੇ ਦਾ ਮੈਂ ਇਹ ਬਿਲਕੁਲ ਸਾਫ਼ ਇੱਥੇ ਜ਼ਾਹਰ ਕਰਨਾ ਚਾਹੁੰਦਾ, ਆਪਣੇ ਮਨ ਦੀ ਗੱਲ, ਕਿ ਵਰਤਾਰੇ ਦਾ ਨੁਕਸਾਨ ਇਹਨਾਂ ਲੋਕਾਂ ਨੂੰ ਹੀ ਹੋਣਾ ਜਿਹੜੇ ਕਰ ਰਹੇ। ਉਹਦਾ ਇਹ ਕਿਉਂ ਕਰ ਰਿਹਾ? ਪਹਿਲੇ ਤਾਂ ਸਾਨੂੰ ਇਹ ਜਾਣਨਾ ਪਊਗਾ, ਇਸ ਜਿਹੜੀ ਕਹਿੰਦੇ ਜੜ ਫੜਨੀ ਚਾਹੀਦੀ, ਕਿਉਂ ਕਰ ਰਹੇ ਆ। ਦੋ ਗੱਲਾਂ ਆ, ਜਿਹੜਾ ਇਹ ਸਾਨੂੰ, ਇੱਕ ਤਾਂ ਸਾਡੀ ਵੱਖਰੀ ਦੇਖਿਆ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਦੀ, ਚਾਹੇ ਉਹ ਹਿੰਦੂ ਵੀ ਆ, ਉਹਨਾਂ ਦੀ ਵੀ ਵੱਖਰੀ ਦੇਖਿਆ, ਉਹਨਾਂ ਦਾ ਵੀ ਬੋਲਚਾਲ ਦਾ ਢੰਗ, ਜਾਂ ਉਹਨਾਂ ਦਾ ਮਿਲਣ ਵਰਤਾਰ ਦਾ ਢੰਗ ਜਿਹੜਾ ਬੜਾ ਅਦਬ ਸਤਿਕਾਰ ਵਾਲਾ ਆ, ਜਾਂ ਉਹ ਬੜੇ ਕਹ ਲਓ ਅਣਖੀ ਲੋਕ ਆ। ਸੋ ਇਹ ਚੀਜ਼ ਜਿਹੜੀ ਆ, ਇਹ ਇਹਨਾਂ ਨੂੰ ਚੁੱਭਦੀ ਆ, ਔਰ ਇਹਨੂੰ ਖਤਮ ਕਰਨ ਲਈ ਉਹਨਾਂ ਕੋਲ ਦੋ ਤਰੀਕੇ ਆ। ਇੱਕ ਤੇ ਅਸੀਂ ਆਪਣੀ ਹਿਸਟਰੀ ਭੁੱਲ ਜਾਈਏ, ਆਪਣਾ ਇਤਿਹਾਸ ਭੁੱਲ ਜਾਈਏ, ਅਸੀਂ ਕੌਣ ਆ। ਜਦੋਂ ਕਿਸੇ ਨੂੰ ਇਹ ਭੁਲਾ ਦਿੱਤਾ ਜਾਂਦਾ ਕਿ ਤੁਸੀਂ ਕੌਣ ਆ, ਉਸ ਵੇਲੇ ਉਹਦੀ ਹਸਤੀ ਖਤਮ ਹੋ ਜਾਂਦੀ ਆ। ਦੂਜਾ, ਅਸੀਂ ਰਿਲੀਜੀਅਸ ਤੌਰ ਤੇ ਬਿਲਕੁਲ ਵੱਖਰੇ ਆ, ਧਾਰਮਿਕ ਤੌਰ ਤੇ ਅਸੀਂ ਬਿਲਕੁਲ ਵੱਖਰੇ ਆ, ਤੇ ਇਹਦਾ ਨੁਕਸਾਨ ਇਹਨਾਂ ਨੂੰ ਇਸ ਕਰਕੇ ਬਹੁਤ ਹੋਣਾ, ਕਿਉਂਕਿ ਜੀ ਅੱਜ ਜਿਹੜਾ ਸਿੱਖਾਂ ਦਾ ਧਰਮ ਹੈਗਾ ਉਹ ਪੰਜਾਬੀ ਕਰਕੇ ਆ। ਕਿਉਂਕਿ ਪੰਜਾਬੀ ਆਉਂਦੀ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਕਦੇ ਆ। ਪਰ ਮੈਂ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ, ਤੁਸੀਂ ਨੇਕ ਇਨਸਾਨ ਬਣਦੇ ਆ, ਤੁਸੀਂ ਦਾਨ ਕਰਨੇ ਵਾਲੇ ਬਣਦੇ ਆ, ਤੁਸੀਂ ਜ਼ੁਲਮ ਨੂੰ ਰੋਕਣ ਵਾਲੇ ਬਣਦੇ ਆ, ਤੁਸੀਂ ਅੱਗੇ ਹੋ ਕੇ ਲੜਨ ਵਾਲੇ ਬਣਦੇ ਆ। ਪਰ ਜੇ ਇਹ ਚੀਜ਼ਾਂ ਨੂੰ ਹਟਾ ਲੈਣਗੇ ਤਾਂ ਇਹ ਉਹੋ ਜਿਹਾ ਪੰਜਾਬ ਬਣ ਜਾਊਗਾ ਜਿੱਦਾਂ ਦਾ ਬਾਕੀ ਮੁਲਕ ਆ, ਜਿਨ੍ਹਾਂ ਨੂੰ ਨਾ ਕਿਸੇ ਦਾ ਦੁੱਖ ਤਕਲੀਫ ਆ, ਨਾ ਕਿਸੇ ਦੁੱਖ ਤਕਲੀਫ ਸ਼ਾਮਲ ਹੁੰਦੇ ਆ ਜੀ, ਮਤਲਬ ਪ੍ਰਸਤ ਲੋਕ ਬਣ ਜਾਣਗੇ। ਇਹਨਾਂ ਦਾ ਨੁਕਸਾਨ ਇਹਨਾਂ ਨੂੰ ਬਹੁਤ ਹੋਣਾ ਆ, ਪਰ ਇਹ ਸਮਝ ਨਹੀਂ ਰਹੇ ਹਾਲੇ। ਇੱਕ ਦੇਵਤਿਆਂ ਦੇ ਰੂਪ ਤੋਂ ਜਿਹੜਾ ਸਿੱਖ ਗੁਰੂ ਸਾਹਿਬ ਨੇ ਬਣਾਇਆ ਸੀ, ਅੱਜ ਵੀ ਹੈ, ਉਹ ਐਸੀ ਗੱਲ ਨਹੀਂ, ਜਿਹੜੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਨਾਲ ਪੂਰੀ ਤਰ੍ਹਾਂ ਜੁੜੇ ਹੋ ਆ, ਉਹ ਵਾਕਿਆ ਦੇਵਤਿਆਂ ਦਾ ਰੂਪ ਆ। ਉਹਨਾਂ ਨੂੰ ਲਿਆ ਕੇ ਤੁਸੀਂ ਉਹਨਾਂ ਨਾਲ ਖੜੇ ਕਰ ਦੇਣਾ, ਜਿਹੜੇ ਮੈਦਾਨਾਂ ਚੋਂ ਭੱਜ ਜਾਂਦੇ ਆ,
ਭੀੜ ਪੈਣ ਤੇ ਅੱਗੇ ਨਹੀਂ ਆਉਂਦੇ। ਇਹ ਭਾਰਤ ਲਈ ਇੱਕ ਬਹੁਤ ਹੀ ਖਤਰਨਾਕ ਚਾਲ ਹੈ, ਬਹੁਤ ਖਤਰਨਾਕ ਉਹਨਾਂ ਦਾ ਕਦਮ ਹੈ। ਸੋ ਇਸ ਕਰਕੇ ਇਹ ਜ਼ਰੂਰੀ ਆ ਕਿ ਉਹ ਇਸ ਚੀਜ਼ ਨੂੰ ਸਮਝਣ ਵੀ ਇਹ ਪੰਜਾਬ ਦੀ ਹਿਸਟਰੀ, ਪੰਜਾਬ ਦੇ ਬੱਚਿਆਂ ਨੂੰ ਉਹਦੀ ਹਿਸਟਰੀ ਨਾਲੋਂ, ਉਹਦੀ ਜ਼ੁਬਾਨ ਨਾਲੋਂ ਤੋੜਨਾ ਆਪਣੇ ਪੈਰਾਂ ਤੇ ਆਪ ਘੋੜਾ ਮਾਰਨ ਦੀ ਗੱਲ ਆ। ਸੋ ਮੈਂ ਤਾਂ ਇਹ ਸੋਚਦਾ ਕਿ ਇਹ ਸੋਚ ਨਹੀਂ ਰਹੇ, ਸਾਰੇ ਪੱਖਾਂ ਤੋਂ ਸੋਚ ਨਹੀਂ ਰਹੇ, ਪਰ ਨੁਕਸਾਨ ਬਹੁਤ ਹੈ ਇਹਨਾਂ ਨੂੰ। ਇੱਥੇ ਬਿਲਕੁਲ ਇੱਥੇ ਇੱਕ ਹੋਰ ਗੱਲ ਮੈਂ ਇਨਵੋਲਵ ਕਰਨਾ ਚਾਹਾਂਗਾ ਕਿ ਸਾਨੂੰ ਪੰਜਾਬੀ ਦਾ ਦਰਦ ਜ਼ਿਆਦਾ ਹੁੰਦਾ ਹੈ ਕਿਉਂਕਿ ਅਸੀਂ ਆਪਣੀ ਜੜ੍ਹਾਂ ਤੋਂ ਦੂਰ ਟੁੱਟ ਕੇ ਇੱਥੇ ਬੈਠੇ ਨੇ। ਜਿਹੜੇ ਪੰਜਾਬ ਵਿੱਚ ਲੋਕ ਨੇ ਉਹਨਾਂ ਨੂੰ ਖਾਣ ਪੀਣ ਦਾ, ਰੋਟੀ ਦਾ ਹੀ ਸੰਸਾ ਪਿਆ ਰਹਿੰਦਾ ਹੈ। ਤੇ ਇੱਥੇ ਇੱਕ ਇਕਬਾਲ ਕੌਰ ਜੀ ਇੱਕ ਪ੍ਰੋਫੈਸਰ ਸੀਗੇ, ਮੈਂ ਉਹਨਾਂ ਅੰਦਰ ਪੜ੍ਹਾਈ ਕੀਤੀ। ਉਹਨਾਂ ਨੇ ਕਿਹਾ ਸੀਗਾ ਜੇ ਅਸੀਂ ਕੋਈ ਨਵੀਂ ਭਾਸ਼ਾ ਸਿੱਖਣਾ ਚਾਹੁੰਦੇ ਆ ਤਾਂ ਸਾਨੂੰ ਆਪਣੀ ਮਾਂ ਬੋਲੀ ਸਿੱਖਣੀ ਜ਼ਰੂਰੀ ਹੈ। ਤੇ ਸਾਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰੀ ਜਾ ਰਹੇ ਤੇ ਆਪਾਂ ਹੋਰ ਭਾਸ਼ਾ ਕੀ ਕਰਾਂਗੇ? ਅਸੀਂ ਮਲਟੀ ਲੈਂਗੁਏਜ ਨਹੀਂ ਬਣ ਸਕਦੇ। ਅਸੀਂ ਮਾਂ ਭਾਸ਼ਾ ਨੂੰ ਸਾਨੂੰ ਤਰਜੀਹ ਦੇਣੀ ਪੈਣੀ ਆ, ਉਹਨੂੰ ਪੜ੍ਹਨਾ ਪੈਣਾ। ਤੇ ਜੋ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜੋ ਸਾਨੂੰ ਸਿਖਾਇਆ, ਜੋ ਅਸੀਂ ਪੜ੍ਹਦੇ ਨੇ, ਉਹ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਪੈਣਾ। ਅੱਜ ਕੱਲ੍ਹ ਦੀ ਜਨਰੇਸ਼ਨ ਬਿਲਕੁਲ ਪੰਜਾਬੀ ਤੋਂ ਦੂਰ ਜਾਂਦੀ ਜਾ ਰਹੀ ਆ। ਅਸੀਂ ਇੱਥੇ ਆਸਟ੍ਰੇਲੀਆ ਬੈਠੇ ਆ, ਅਸੀਂ ਬੱਚੇ ਨੂੰ ਪੰਜਾਬੀ ਪੜ੍ਹਾਉਣਾ ਚਾਹੁੰਦੇ ਆ, ਅਸੀਂ ਉਹਨਾਂ ਦੀ ਕਲਾਸਾਂ ਲਵਾਉਂਦੇ ਆ, ਪਰ ਇਹ ਹਾਲ ਪੰਜਾਬ ਵਿੱਚ ਨਹੀਂ ਹੈ। ਉੱਥੇ ਸਕੂਲਾਂ ਨੇ ਆਪਣੇ ਬੱਚਿਆਂ ਨੂੰ ਸਜ਼ਾ ਦੇਣੀ ਸ਼ੁਰੂ ਕਰਤੀ ਜੇ ਆਪਾਂ ਪੰਜਾਬੀ ਬੋਲਾਂਗੇ। ਤੇ ਬੜੀ ਮਾੜੀ ਇੱਕ ਗੱਲ ਆਪਾਂ ਦੇਖ ਰਹੇ ਆ ਜੋ ਅੱਜ ਕੱਲ੍ਹ ਜੋ ਪੰਜਾਬ ਵਿੱਚ ਹੋ ਰਿਹਾ ਹੈ। ਹੋਰ ਅਸੀਂ ਗੱਲ ਸੂਬੇ ਦੀ ਕੀ ਗੱਲ ਕਰਾਂਗੇ? ਪਹਿਲੇ ਅਸੀਂ ਆਪਣਾ ਪੰਜਾਬੀ ਸੁਧਾਰ ਲਈਏ ਤਾਂ ਹੀ ਅਸੀਂ ਪੰਜਾਬੀ ਨੂੰ ਸੁਧਾਰ ਪਾਵਾਂਗੇ ਮੇਰੇ ਖਿਆਲ ਨਾਲ। ਬਿਲਕੁਲ ਠੀਕ ਹੈ। ਇਹ ਜਿਹੜੀਆਂ ਵੀ ਤੁਸੀਂ ਇਹ ਗੱਲਾਂ ਕਰਦੇ ਪਏ ਹੋ, ਕਿਤੇ ਨਾ ਕਿਤੇ ਇਹਦੇ ਵਿੱਚ ਸਰਕਾਰ ਦੀ ਕਮਜ਼ੋਰੀ ਤੇ ਨਜ਼ਰ ਆਉਂਦੀ ਹੈ। ਮਗਰ ਇਸ ਟਾਈਮ ਦੇ ਉੱਤੇ ਜੇ ਗੱਲ ਕਰੀਏ ਕੇਂਦਰ ਦੇ ਵਿੱਚ, ਮੈਂ ਮਤਲਬ ਕਿ ਇਹ ਗੱਲ ਜਿਹੜੀ ਕਰਨਾ ਚਾਹੁੰਦਾ, ਮੈਂ ਸਰਕਾਰ ਦੇ ਖਿਲਾਫ ਨਹੀਂ, ਮਗਰ ਸਰਕਾਰ 'ਚ ਜਿਹੜੇ ਪੰਜਾਬੀ ਬੋਲਦੇ ਨੁਮਾਇੰਦੇ ਬੈਠੇ ਨੇ ਉਹਨਾਂ ਤੋਂ ਇਹ ਗਿਲਾ ਜ਼ਰੂਰ ਹੈਗਾ। ਕਿਉਂਕਿ ਕੇਂਦਰ ਸਰਕਾਰ ਦੇ ਵਿੱਚ ਪੰਜਾਬੀ ਬੋਲਦੀ ਬੀਬੀ ਹਰਸਿਮਰਤ ਕੌਰ ਬਾਦਲ ਨੇ, ਜਿਹੜੇ ਕਿ ਇਹ ਕੇਂਦਰ ਸਰਕਾਰ ਦੇ ਭਾਈਵਾਲ ਵੀ ਹੈਗੇ ਨੇ। ਤੇ ਜਦੋਂ ਇਹ ਪੰਜਾਬੀ ਦਾ ਇਸ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਇਹ ਚੀਜ਼ ਉਹਨੂੰ ਕੱਢਿਆ ਜਾ ਰਿਹਾ ਸੀ, ਤੇ ਲੱਗਦਾ ਨਹੀਂ ਕਿ ਉੱਥੇ ਇਹਨਾਂ ਦਾ ਸਟੈਂਡ ਲੈਣਾ ਚਾਹੀਦਾ ਸੀ। ਜੇਕਰ ਇਹ ਚੀਜ਼ ਉਹ ਲਾਗੂ ਨਹੀਂ ਕਰਵਾ ਪਾਏ ਉਹਦੇ ਵਿੱਚ, ਤੇ ਫਿਰ ਕਮ ਸੇ ਕਮ ਆਪਣੀ ਕੌਮ ਨੂੰ, ਆਪਣੇ ਪੰਜਾਬ ਨੂੰ ਅਸਤੀਫਾ ਦੇ ਕੇ ਇਹ ਤੇ ਜਿਤਲਾਉਂਦੇ ਕਿ ਮੈਂ ਪੰਜਾਬੀ ਹੋ ਕੇ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਸਾਡੀ ਨਾਲ ਦੀ ਸਟੇਟ ਵਿੱਚ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ, ਜਿੱਥੇ ਕਿ ਮੁਸਲਿਮ ਭਾਈਚਾਰਾ ਵੀ ਪੰਜਾਬੀ ਬੋਲਦਾ, ਆਪਣੇ ਪੰਜਾਬੀ ਸਿੱਖ ਭਾਈਚਾਰਾ ਵੀ ਪੰਜਾਬੀ ਬੋਲਦਾ, ਜੇਕਰ ਉਹ ਨਹੀਂ ਲੱਗਦੀ ਤੇ ਉਹ ਅਸਤੀਫਾ ਦੇ ਕੇ ਕਮ ਸੇ ਕਮ ਲੋਕਾਂ ਦੀ ਹਮਦਰਦੀ ਦੇ ਵਿੱਚ ਸ਼ਾਮਲ, ਮਤਲਬ ਕਿ ਉਹਨਾਂ ਦੇ ਇਸ ਦੁੱਖ 'ਚ ਮਾੜਾ ਮੋਟਾ ਤੇ ਸ਼ਾਮਲ ਹੁੰਦੇ ਕਿ ਅਸੀਂ ਲੋਕ ਪੰਜਾਬੀ ਲਈ ਹੀ ਅੱਗੇ ਜਾਂਦੇ ਆ, ਪੰਜਾਬੀਆਂ ਲਈ ਹੀ ਕੰਮ ਕਰਦੇ ਆ। ਮਗਰ ਉਹ ਅੱਜ ਵੀ ਕੇਂਦਰ ਦੇ ਵਿੱਚ ਉਦਾਂ ਹੀ ਮੰਤਰੀ ਬਣੇ ਹੋਏ ਨੇ। ਸਿਰਫ ਉਹਨਾਂ ਦੇ ਜਿਹੜੇ ਹਸਬੈਂਡ ਬਾਦਲ, ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਇੱਕ ਬਿਆਨ ਦੇ ਕੇ ਕਹਿ ਦਿੱਤਾ ਵੀ ਮੈਂ ਇਸ ਦੇ ਖਿਲਾਫ ਆ, ਮੈਂ ਇਹ ਜਿਹੜਾ ਕੁਝ ਹੋਇਆ ਇਹ ਚੰਗਾ ਨਹੀਂ ਹੋਇਆ, ਮਾੜਾ ਹੋਇਆ। ਬਸ ਇਹ ਇਕੱਲਾ ਇੱਕ ਬਿਆਨ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਵੀ ਪੰਜਾਬੀ ਆਪਣੇ ਬਾਹਰ ਵਸਦੇ ਜਾਂ ਉੱਥੇ ਰਹਿੰਦੇ ਨੇ ਤੇ ਉਹਨਾਂ ਨੂੰ ਇਹ ਸੰਤੁਸ਼ਟੀ ਹੋ ਗਈ ਹੋਏਗੀ ਵੀ ਜੋ ਕੁਝ ਇਹ ਕਰ ਰਹੇ ਨੇ। ਹਰਮੀਤ ਸਿੰਘ ਜੀ, ਜਿਹੜਾ ਸਾਡਾ ਤੁਸੀਂ ਪਿਛਲੇ 20ਵੀਂ ਸਦੀ ਦੇ ਵਿੱਚ ਤੁਸੀਂ ਪਹਿਲੇ ਹਿੱਸੇ 'ਚ ਚਲ ਜਾਓ ਤੇ ਤੁਹਾਨੂੰ ਪਤਾ ਲੱਗੂਗਾ ਕਿ ਉਦੋਂ ਬੜੇ ਮੋਰਚੇ ਲੱਗੇ। ਗੁਰੂ ਕਾ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਜੈਤੋ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਬੜੇ ਮੋਰਚੇ ਲੱਗੇ। ਸਿੱਖ ਜਿਹੜੇ ਸੀ ਉਦੋਂ ਜਿਹੜੇ ਸਾਡੇ ਨੇਤਾ ਲੋਕ ਸੀ ਜਾਂ ਸਾਡੇ ਆਗੂ ਲੋਕ ਸੀਗੇ, ਉਹ ਇੰਨੇ ਮਹਾਨ ਸੀ ਕਿ ਉਹਨਾਂ ਨੂੰ ਉਹ ਦੂਰ ਅੰਦੇਸ਼ ਸੀ। ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਕੌਮ ਲਈ ਜਿਉਂਦੇ ਹਾਂ ਤੇ ਜੇ ਸਾਡੀ ਕੌਮ ਮਰ ਗਈ ਤਾਂ ਅਸੀਂ ਮਾਰੇ ਗਏ। ਔਰ ਹੁਣ ਜਿਹੜੇ ਨੇਤਾ ਲੋਕ ਆ ਜਾਂ ਸਾਡੇ ਆਗੂ ਲੋਕ ਬਣੇ, ਜਿਹੜੇ ਸੋ ਕਾਲਡ ਆਗੂ ਆ, ਸਾਡੇ ਲੋਕ ਤਾਂ ਉਹਨੂੰ ਬਹੁਤੇ ਆਗੂ ਨਹੀਂ ਮੰਨਦੇ, ਪਰ ਉਹ ਹੁਣ ਰਿਸ਼ਵਤਖੋਰੀ ਨਾਲ, ਸ਼ਰਾਬ ਦੇ ਜ਼ੋਰ ਨਾਲ ਵੋਟਾਂ ਪਵਾ ਕੇ ਉਹ ਸਾਡੇ ਸਿਰ ਤੇ ਜ਼ਰੂਰ ਬਹਿ ਜਾਂਦੇ ਆ, ਪਰ ਉਹਨਾਂ ਨੂੰ ਆਪਣੇ ਤੱਕ ਮਤਲਬ ਆ। ਇਹ ਪੰਜਾਬੀ ਦਾ ਮਸਲਾ ਇਦਾਂ ਦਾ ਆ ਕਿ ਮੈਨੂੰ ਲੱਗਦਾ ਵੀ ਜਿਹੜੇ ਪਹਿਲਾਂ ਮੋਰਚੇ ਲੱਗੇ ਆ ਨਾ, ਉਹ ਤੋਂ ਵੱਡਾ ਮੋਰਚਾ ਹੁਣ ਲੱਗਣਾ ਚਾਹੀਦਾ ਪੰਜਾਬੀ ਲਈ। ਪੰਜਾਬ ਦੇ ਵਿੱਚੋਂ ਪੰਜਾਬੀ ਨੂੰ ਦੁਬਾਰਾ ਲਾਗੂ ਕਰਾਉਣ ਲਈ, ਪੰਜਾਬੀ ਨੂੰ ਉਹੀ ਸਰਦਾਰੀ ਦੇਣ ਲਈ, ਪੰਜਾਬੀ ਨੂੰ ਉਹੀ ਮਾਣ ਸਤਿਕਾਰ ਦਿਵਾਉਣ ਲਈ ਉਹ ਬਹੁਤ ਵੱਡਾ ਮੋਰਚਾ ਲੱਗਣਾ ਚਾਹੀਦਾ। ਔਰ ਇਹਨਾਂ ਜਿਹੜੇ ਇਹ ਲੀਡਰ ਲੋਕਾਂ ਨੂੰ ਲਾਉਣਾ ਚਾਹੀਦਾ। ਇਹ ਹੈ ਜੇ ਆਪਣੀ ਅੱਜ ਮਾਂ ਲਈ, ਆਪਣੀ ਮਾਂ ਬੋਲੀ ਲਈ ਨਹੀਂ ਲੜ ਸਕੇ ਤਾਂ ਫਿਰ ਇਹ ਕਿਹਦੇ ਲਈ ਲੜਨਗੇ? ਫਿਰ ਇਹ ਕਿਹਦੇ ਮਿੱਤ ਹੋਏ ਜੀ? ਫਿਰ ਤਾਂ ਧਿਆਨ ਸਿੰਘ ਤੇ ਗੁਲਾਬ ਸਿੰਘ ਡੋਗਰੇ ਵਰਗੇ ਹੋਏ ਇਹ, ਜਿਨ੍ਹਾਂ ਨੇ ਚਾਲਾਂ ਚੱਲ ਕੇ ਤਾਂ ਸਿੱਖ ਰਾਜ ਇੱਥੋਂ ਖਵਾਇਆ। ਸੋ ਇਹਨਾਂ ਤੇ ਅਸੀਂ ਬਹੁਤੀ ਆਸ ਨਹੀਂ ਰੱਖ ਸਕਦੇ, ਪਰ ਇਹ ਆ ਵੀ ਪੰਜਾਬੀ ਲੋਕਾਂ ਨੂੰ ਆਪਣੇ ਲੈਵਲ ਤੇ, ਆਪਣੇ ਸਤਰ ਤੇ ਉਦਮ ਕਰਨੇ ਪੈਣਗੇ। ਇਹ ਯਕੀਨੀ ਬਣਾਉਣਾ ਪਊਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਪੰਜਾਬੀ ਪੜ੍ਹਾਈਏ,
ਅਸੀਂ ਉਹਨਾਂ ਨੂੰ ਸਕੂਲਾਂ 'ਚ ਪੰਜਾਬੀ ਪੜ੍ਹਾਈਏ। ਹੁਣ ਜਿਹੜੇ ਤੁਸੀਂ ਦੇਖੋ ਅੱਜ ਕੱਲ ਹਰ ਕੋਈ ਬੰਦਾ ਇੰਟਰਨੈਟ ਯੂਜ਼ ਕਰ ਰਿਹਾ, ਫੇਸਬੁੱਕ ਯੂਜ਼ ਕਰਦੇ ਆ, ਅਸੀਂ ਕਿਉਂ ਨਹੀਂ ਕਮੈਂਟ ਜਿਹੜੇ ਆ ਪੰਜਾਬੀ 'ਚ ਲਿਖ ਸਕਦੇ ਜੀ। ਸੋ ਸਾਨੂੰ ਆਪਣੇ ਲੈਵਲ ਤੇ ਵੀ ਕਰਨਾ ਚਾਹੀਦਾ, ਪਰ ਇਹਨਾਂ ਲੀਡਰਾਂ ਨੂੰ ਪੁਸ਼ ਵੀ ਕਰਨਾ ਚਾਹੀਦਾ, ਇਹਨਾਂ ਲੀਡਰਾਂ ਨੂੰ ਧੱਕਾ ਦੇਣਾ ਚਾਹੀਦਾ ਵੀ ਖਬਰਦਾਰ ਜੇ ਤੁਸੀਂ ਸਾਡੇ ਤੋਂ ਵੋਟਾਂ ਲੈਣ ਆਏ, ਜੇ ਤੁਸੀਂ ਇੱਥੇ ਮੋਰਚਾ ਨਾ ਲਾਇਆ ਤਾਂ। ਹੁਣ ਇਹ ਤੁਹਾਡੇ ਜਿਹੜਾ ਇਹੋ ਚੀਜ਼ ਤੇ ਮੈਨੂੰ ਇੱਕ ਜਿਹੜਾ ਚਿੰਤਾ ਜ਼ਾਹਰ ਹੁੰਦੀ ਹੈ ਉਹ ਇਹ ਆਂਦੀ ਹੈ ਕਿ ਜੇਕਰ ਅਸੀਂ ਜਦੋਂ ਫੋਨ ਕਰਦੇ ਹਾਂ ਇੰਡੀਆ ਦੇ ਵਿੱਚ, ਜਦੋਂ ਉਹਨਾਂ ਦੇ ਬੱਚਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਆਪਣੇ ਬੱਚੇ ਨੂੰ ਕਹਿਣਗੇ ਵੀ ਇਹਨਾਂ ਦੇ ਨਾਲ ਇੰਗਲਿਸ਼ 'ਚ ਗੱਲ ਕਰੋ। ਕਿਤੇ ਨਾ ਕਿਤੇ ਜਿਹੜੇ ਘਰ ਦੇ ਵਿੱਚ, ਹੁਣ ਸਰਕਾਰ ਸਾਰਾ ਕੁਝ ਤਾਂ ਨਹੀਂ ਹੈਗੀ, ਜਿਹੜੇ ਉੱਥੇ ਲੋਕੀ ਆਪਣਾ 2 ਕਰੋੜ ਜਾਂ 2.5 ਕਰੋੜ ਜਿੰਨੇ ਵੀ ਪੰਜਾਬ 'ਚ ਲੋਕੀ ਰਹਿੰਦੇ ਨੇ, ਜਦੋਂ ਉਹਨਾਂ ਦੇ ਦਿਮਾਗ ਦੇ ਅੰਦਰ ਇੱਕ ਚੀਜ਼ ਇਹ ਵੀ ਆ ਚੁੱਕੀ ਹੋਈ ਹੈ ਕਿ ਜਦੋਂ ਤੁਹਾਨੂੰ ਕੋਈ ਬਾਹਰੋਂ ਫੋਨ ਆਉਂਦਾ, ਜਦੋਂ ਕੋਈ ਬਾਹਰਲਾ ਬੰਦਾ ਆਉਂਦਾ, ਤੁਸੀਂ ਇਹਨਾਂ ਦੇ ਨਾਲ ਇੰਗਲਿਸ਼ 'ਚ ਗੱਲ ਕਰੋ। ਉਹ ਪੰਜਾਬੀ ਤੋਂ ਆਪ ਦੂਰ ਕਰਦੇ ਵੇ ਆਪਣੇ ਬੱਚਿਆਂ ਨੂੰ। ਹੁਣ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਆਹ ਵਾਲੀ ਚੀਜ਼ ਆਪਾਂ ਪੰਜਾਬੀ ਜਿਹਦੇ ਉੱਤੇ ਅੱਜ ਗੱਲ ਕਰਦੇ ਪਏ ਹਾਂ, ਕਿ ਉਹਨਾਂ ਦੇ ਦਿਲਾਂ ਦੇ ਉੱਤੇ ਇੰਨਾ ਹੀ ਕੋਈ ਦੁੱਖ ਦੀ ਗੱਲ ਹੋਏਗੀ, ਉਹਨਾਂ ਲਈ ਕੋਈ ਐਡੀ ਹੀ ਵੱਡੀ ਗੱਲ ਹੋਏਗੀ ਵੀ ਪੰਜਾਬੀ ਉੱਥੇ ਨਹੀਂ ਲਾਗੂ ਹੋਈ, ਜਾਂ ਸਾਡੇ ਬੱਚੇ ਪੰਜਾਬੀ ਤੋਂ ਦੂਰ ਜਾ ਰਹੇ ਨੇ, ਜਾਂ ਕੱਲ ਨੂੰ ਸਾਨੂੰ ਪੰਜਾਬੀ 'ਚ ਕੁਝ ਨਹੀਂ ਵੇਖਣ ਨੂੰ ਮਿਲੇਗਾ, ਜਾਂ ਨਹੀਂ ਬੋਲਾਂਗੇ ਅਸੀਂ ਤੇ ਇਹ ਸਾਡੇ ਲਈ ਕੋਈ ਮਾੜਾ ਹੋਏਗਾ। ਇਹ ਮੈਂ ਮਤਲਬ ਕਿ ਉਹਨਾਂ ਮਾਂ-ਪਿਓ ਦੀ, ਜਿਹੜੇ ਮਾਂ-ਪਿਓ ਆਪਣੇ ਬੱਚਿਆਂ ਨੂੰ ਚਾਹੁੰਦੇ ਨੇ ਵੀ ਸਿਰਫ ਇਹ ਇੰਗਲਿਸ਼ ਜਾਂ ਹਿੰਦੀ ਬੋਲਣ, ਇਹ ਇੱਕ ਬੜਾ ਵੱਡਾ ਤਬਕਾ ਹੈ ਜਿਹੜਾ ਕਿ ਇਹੋ ਹੀ ਚੀਜ਼ ਚਾਹੁੰਦਾ ਹੈ। ਜਿਨ੍ਹਾਂ ਦੇ ਅੱਜ ਬੱਚੇ ਇੱਥੇ ਬਾਹਰ ਆਸਟ੍ਰੇਲੀਆ 'ਚ ਆ ਰਹੇ ਨੇ ਜਾਂ ਹੋਰ ਮੁਲਕਾਂ 'ਚ ਜਾ ਰਹੇ ਨੇ, ਉਹਨਾਂ ਦਾ ਵੀ ਟ੍ਰੈਂਡ ਇਹੋ ਹੀ ਹੈ ਕਿ ਉਹਦਾ ਬੱਚਾ ਅੱਜ ਆਇਲਸ 'ਚ ਇੰਨੇ ਨੰਬਰ ਲਿੱਤੇ ਇਹਨੇ, ਕਿ ਜਾਂ ਮੇਰਾ ਬੱਚਾ ਪਹਿਲੇ ਹੀ ਕਿਤੇ ਹੁਣ ਤੋਂ ਹੀ ਪਾ ਦਈਏ ਅਸੀਂ ਇੰਗਲਿਸ਼, ਕੱਲ ਨੂੰ ਉਹਨੂੰ ਇਹ ਦਿੱਕਤ ਨਾ ਆਏ। ਮਤਲਬ ਕਿ ਇਹ ਮਾਹੌਲ ਸਾਰਾ ਇਦਾਂ ਦਾ ਬਣ ਗਿਆ, ਇਹ ਤੇ ਆਪਣੇ ਆਪ ਹੀ ਅਸੀਂ ਦੂਰ ਜਾ ਰਹੇ ਹਾਂ। ਕਿਸੇ ਨੂੰ ਦੂਰ, ਸਰਕਾਰ ਨੂੰ ਵੀ ਦੂਰ ਕਰਨ ਦੀ ਲੋੜ ਨਹੀਂ ਪੈਣੀ, ਅਸੀਂ ਤੇ ਆਪਣੀਆਂ ਜੜ੍ਹਾਂ ਨੂੰ ਆਪਣੇ ਆਪ ਹੀ ਹੌਲੀ ਹੌਲੀ ਕੱਢੀ ਜਾ ਰਹੇ ਹਾਂ। ਨਹੀਂ, ਅੰਗਰੇਜ਼ੀ ਦੇ ਮਾਮਲੇ 'ਚ ਤਾਂ ਮੈਂ ਤੁਹਾਡੀ ਗੱਲ ਬਿਲਕੁਲ ਮੰਨਦਾ, ਇਹ ਸਮਝ ਵੀ ਆਉਂਦੀ ਆ, ਪਰ ਜਿਹੜਾ ਹਿੰਦੀ ਦਾ ਮਾਮਲਾ ਆ ਕਿ ਉੱਥੇ ਹਰ ਬੱਚਾ ਹਿੰਦੀ ਬੋਲਣ ਲੱਗ ਪਿਆ, ਹਿੰਦੀ ਨਾਲ ਤਾਂ ਤੁਸੀਂ ਬਾਹਰ ਨਹੀਂ ਆ ਸਕਦੇ। ਸੋ ਇਹਦੇ ਪਿੱਛੇ ਜਿਹੜਾ ਵਰਤਾਰਾ, ਤੁਹਾਨੂੰ ਇਹ ਸਮਝਣਾ ਪਊਗਾ, ਤੁਹਾਨੂੰ ਇਹ ਸਮਝਣਾ ਪਊਗਾ ਕਿ ਇਹ ਵਰਤਾਰਾ ਕੀ ਹੋ ਰਿਹਾ ਆ। ਇਹ ਤੁਹਾਨੂੰ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਲਈ ਇਹ ਵਰਤਾਰਾ ਵਰਤ ਰਿਹਾ ਆ। ਹੁਣ ਤੁਸੀਂ, ਮੈਂ ਤੁਹਾਨੂੰ ਇੱਥੇ ਦਾ ਉਦਾਹਰਨ ਦਿੰਦਾ, ਤੁਹਾਨੂੰ ਆਸਟ੍ਰੇਲੀਆ ਦੀ ਇੱਕ ਉਦਾਹਰਨ ਦਿੰਦਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ, 5-6 ਸਾਲ ਪਹਿਲਾਂ, ਇੱਥੇ ਤੁਸੀਂ ਜੇ ਪੰਜਾਬੀ ਪੜ੍ਹਦੇ ਆ ਜਾਂ ਅੰਗਰੇਜ਼ੀ ਪੜ੍ਹਦੇ ਆ, ਉਹ ਜਾਂ ਹੋਰ ਸਬਜੈਕਟ ਪੜ੍ਹਦੇ ਆ, ਉਹ ਸਾਰੇ ਬਰਾਬਰ ਆ। ਪਰ ਹੁਣ ਉਹਨਾਂ ਨੇ ਇਹ ਕਿਹਾ ਕਿ ਜੋ ਤੁਸੀਂ ਮੈਥਮੈਟਿਕਸ, ਸਪੈਸ਼ਲਿਸਟ ਮੈਥ ਜਾਂ ਮੈਥਮੈਟੀਕਲ ਮੈਥਡ, ਜਿਹੜਾ ਹਾਇਰ ਲੈਵਲ ਮੈਥਮੈਟਿਕਸ ਆ, ਜੇ ਤੁਸੀਂ 12ਵੀਂ 'ਚ ਇੱਕ ਉਹ ਸਬਜੈਕਟ ਲੈਂਦੇ ਆ ਪਲੱਸ ਨਾਲ ਇੱਕ ਸੈਕੰਡ ਲੈਂਗੁਏਜ ਲੈਂਦੇ ਆ, ਤੇ ਤੁਹਾਨੂੰ ਅਸੀਂ ਇੱਕ ਸਪੈਸ਼ਲ ਸਰਟੀਫਿਕੇਟ ਦੇਵਾਂਗੇ, ਉਹਨੂੰ ਕਹਿੰਦੇ VCE ਬੈਕਲੋਰੀਏਟ। ਜਿਹੜਾ ਨਾਰਮਲ ਸਰਟੀਫਿਕੇਟ ਹੈ ਆਮ ਬੱਚਿਆਂ ਨੂੰ ਮਿਲੂਗਾ VCE, ਪਰ ਜਿਹੜਾ ਤੁਸੀਂ ਇੱਕ ਜਿਹਦਾ ਪੰਜਾਬੀ ਲੈਂਗੁਏਜ ਰੱਖ ਲਈ ਜਾਂ ਕੋਈ ਹੋਰ ਰੱਖ ਲਈ ਲੈਂਗੁਏਜ ਨਾਲ, ਤੁਸੀਂ ਮੈਥਮੈਟਿਕਸ ਲੈ ਲਿਆ, ਹਾਇਰ ਮੈਥਮੈਟਿਕ, ਉਹਨੂੰ VCE ਬੈਕਲੋਰੀਏਟ ਕਹਿੰਦੇ ਆ, ਉਹਨੂੰ ਯੂਨੀਵਰਸਿਟੀ ਦੇ ਵਿੱਚ ਪ੍ਰੈਫਰੈਂਸ ਦਿੰਦੇ ਆ। ਕਿਉਂ ਨਹੀਂ ਸਾਡੀ ਸਰਕਾਰ ਇਹੋ ਜਿਹਾ ਕੰਮ ਪੰਜਾਬ 'ਚ ਕਰ ਸਕਦੀ ਵੀ ਬੱਚਿਓ, ਜੇ ਤੁਸੀਂ ਪੰਜਾਬੀ ਨਾਲ ਇੱਕ ਸਬਜੈਕਟ ਪੜ੍ਹਦੇ ਆ, ਠੀਕ ਹੈ ਜੀ, 12ਵੀਂ ਤੱਕ, ਜਾਂ ਤੁਸੀਂ ਗ੍ਰੈਜੂਏਸ਼ਨ ਤੱਕ ਪੰਜਾਬੀ ਸਬਜੈਕਟ ਪੜ੍ਹਦੇ ਆ, ਤੇ ਤੁਹਾਨੂੰ ਇੰਨੇ ਅਸੀਂ ਮਾਰਕਸ ਜਿਹੜੇ ਐਕਸਟਰਾ ਦੇਵਾਂਗੇ, ਤੁਹਾਨੂੰ ਯੂਨੀਵਰਸਿਟੀਆਂ ਦੇ ਵਿੱਚ ਤੁਹਾਡੀਆਂ ਪੋਜੀਸ਼ਨਾਂ ਰਿਜ਼ਰਵ ਹੋਣਗੀਆਂ। ਕਿਉਂ ਨਹੀਂ ਕਰ ਸਕਦੇ? ਅਸੀਂ ਕਰ ਸਕਦੇ ਹਾਂ, ਪਰ ਇਹਦੇ ਪਿੱਛੇ ਸਾਨੂੰ, ਜਿਵੇਂ ਮੈਂ ਤੁਹਾਨੂੰ ਕਿਹਾ, ਵਰਤਾਰਾ ਸਮਝਣਾ ਪਊਗਾ ਕਿ ਇਹਦੇ ਪਿੱਛੇ ਸਰਕਾਰਾਂ ਆ। ਜੇ ਸਰਕਾਰਾਂ ਚਾਹੁਣ ਤੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਲਾ ਸਕਦੀਆਂ ਆ, ਉਹਨਾਂ ਨੂੰ ਉਤਸ਼ਾਹਿਤ ਕਰ ਸਕਦੀਆਂ ਆ, ਪਰ ਉੱਥੇ ਜੇ ਚਾਹੁਣ ਤਾਂ ਉਹਨਾਂ ਨੂੰ ਡਿਸਕਰੇਜ ਵੀ ਕਰ ਸਕਦੀਆਂ, ਉਹਨਾਂ ਦੇ ਮਨ ਨੂੰ ਇਹ ਕਹਿ ਸਕਦੀਆਂ ਵੀ ਤੁਹਾਨੂੰ ਪੰਜਾਬੀ ਪੜ੍ਹਨ ਦਾ ਕੋਈ ਫਾਇਦਾ ਨਹੀਂ। ਸੋ ਇਹ ਲੋਕਾਂ ਦਾ ਕਸੂਰ ਨਹੀਂ, ਪਿੱਛੇ ਵਰਤਾਰਾ ਸਾਨੂੰ ਸਮਝਣਾ ਪਊਗਾ। ਬਿਲਕੁਲ ਸਹੀ ਗੱਲ ਤੁਹਾਡੀ। ਮੈਂ ਇਹਦੇ ਤੇ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਜੋ ਆ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੈ, ਮਗਰ ਜਿਹੜੀ ਸ਼੍ਰੋਮਣੀ ਕਮੇਟੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਤੇ ਇਹਦੇ ਵਿੱਚ ਰੋਲ ਨਜ਼ਰ ਆਉਣਾ ਚਾਹੀਦਾ। ਕਮ ਸੇ ਕਮ ਅਸੀਂ ਲੋਕ, ਮੈਂ ਅੱਗੇ ਵੀ ਇੱਕ ਵਾਰੀ ਕਿਸੇ ਦੇ ਨਾਲ ਗੱਲ ਹੋਈ ਸੀ ਤੇ ਉੱਥੇ ਵੀ ਇਹ ਗੱਲ ਦਿੱਤੀ ਸੀ ਕਿ ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ। ਅਸੀਂ ਲੋਕ ਜਦੋਂ ਉੱਥੇ ਪੰਜਾਬ 'ਚ ਸਕੂਲਾਂ 'ਚ ਪੜ੍ਹਦੇ ਸਾਂ ਤੇ ਇੱਕ ਪੰਪਲੇਟ ਆਉਂਦੇ ਹੁੰਦੇ ਸਨ ਜਿਹਦੇ ਉੱਤੇ ਯੀਸ਼ੂ ਮਸੀਹ ਦੇ 4 ਜਾਂ 5 ਵਰਕਿਆਂ ਦਾ ਕੁਝ ਨਾ ਕੁਝ ਉਹਨਾਂ ਦਾ ਇਤਿਹਾਸ ਲਿਖਿਆ ਹੁੰਦਾ ਸੀ। ਜਿਸ ਟਾਈਮ ਤੇ ਅਸੀਂ ਉਹ ਇਤਿਹਾਸ ਪੜ੍ਹਦੇ ਸੀ, ਘਰੇ ਆ ਕੇ ਮਾਪਿਆਂ ਨੂੰ ਪੁੱਛਣਾ ਵੀ ਇਹ ਕੀ ਚੀਜ਼ ਹੈਗੀ ਆ, ਜਾਂ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਹੋਰ ਦੱਸੋ। ਹੁਣ ਯੀਸ਼ੂ ਮਸੀਹ ਦਾ ਜਨਮ ਕਿਤੇ ਇੰਡੀਆ 'ਚ ਤਾਂ ਨਹੀਂ ਹੋਇਆ, ਮਗਰ ਇੰਡੀਆ ਦੇ ਵਿੱਚ ਉਹਨਾਂ ਦੇ ਪੰਪਲੇਟ ਛਪ ਕੇ ਸਾਨੂੰ ਮਿਲਦੇ ਸੀ ਸਕੂਲਾਂ ਦੇ ਵਿੱਚ।
ਇਹ ਕੀ ਘਾਟ ਹੈਗੀ ਹੈ ਕਿ ਸ਼੍ਰੋਮਣੀ ਕਮੇਟੀ ਇਹੋ ਜਿਹਾ ਕੰਮ ਕਿਉਂ ਨਹੀਂ ਕਰਦੀ ਵੀ ਪੰਜਾਬੀ ਦੇ ਵਿੱਚ ਆਪਣੀ ਪੰਜਾਬੀਅਤ ਬਾਰੇ, ਆਪਣੇ ਗੁਰੂਆਂ ਬਾਰੇ ਛਪਾ ਕੇ ਜਾਂ ਇੱਥੇ ਬਾਹਰ ਭੇਜੇ, ਜਾਂ ਆਪਣੇ ਕਮ ਸੇ ਕਮ ਇੰਡੀਆ 'ਚ ਸਾਊਥ ਦੇ ਵਿੱਚ, ਜਿਹੜਾ ਕਿ ਦਿੱਲੀ ਦੇ ਵਿੱਚ ਇਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਿੱਤੇ ਜਾਣ, ਤਾਂ ਜੋ ਬੱਚੇ ਉਹਨੂੰ ਪੜ੍ਹਨ, ਘਰੇ ਜਾ ਕੇ ਹੋਰ ਨੌਲੇਜ ਲੈਣ, ਆਪਣੇ ਮੰਮੀ ਡੈਡੀ ਨੂੰ ਪੁੱਛਣ ਕਿ ਅੱਜ ਸਾਨੂੰ ਇਹ ਮਿਲਿਆ, ਇਹ ਕੌਣ ਸਨ। ਕਿਉਂਕਿ ਹੁੰਦਾ ਕੀ ਹੈ ਵੀ ਮੇਰੇ ਇੱਥੇ ਵੀ ਕੁਝ ਸਾਊਥ ਇੰਡੀਅਨ ਹੈ, ਉਹਨਾਂ ਲੋਕਾਂ ਨੂੰ ਇੰਨਾ ਨਹੀਂ ਪਤਾ ਕਿ ਸਿੱਖਾਂ ਦੇ 10 ਗੁਰੂ ਨੇ। ਉਹਨਾਂ ਨੂੰ ਬਸ ਇੱਕ ਲਫ਼ਜ਼ ਆਂਦਾ ਵੈ ਵੀ ਸਿੱਖ ਦੇਖ ਲਿਆ ਤੇ ਉਹ ਇਹਨਾਂ ਜ਼ਰੂਰ ਬੋਲ ਦਿੰਦੇ ਜੀ ਬੱਲੇ ਬੱਲੇ, ਜਾਂ ਇਹ ਲੰਗਰ ਬਹੁਤ ਜ਼ਿਆਦਾ ਵਰਤਾਉਂਦੇ ਨੇ, ਬਸ ਇਹ ਇਸ ਤੋਂ ਜ਼ਿਆਦਾ ਉਹਨਾਂ ਦੀ ਕੋਈ ਨੌਲੇਜ ਨਹੀਂ, ਜਿਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿਤੇ ਨਾ ਕਿਤੇ ਇਹ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਹੱਥ ਵਿੱਚ ਪੰਜਾਬੀ ਨੂੰ ਫਲਾਣਾ, ਪੰਜਾਬੀਅਤ ਨੂੰ ਫਲਾਣਾ, ਜਾਂ ਆਪਣੀ ਜਿਹਨੂੰ ਅਸੀਂ ਸੋਕਲ ਗੁਰਮੁਖੀ ਵੀ ਕਹਿ ਦਿੰਦੇ ਹਾਂ, ਗੁਰਮੁਖੀ ਦਾ ਫਲਾਹ ਕਰਨਾ, ਇਹਨਾਂ ਦੀ ਕਮਜ਼ੋਰੀ ਦੇ ਕਾਰਨ ਹੀ, ਜਾਂ ਇਹ ਸਰਕਾਰਾਂ ਦੇ ਨਾਲ ਰਲੀ ਹੈ ਜਾਂ ਜੋ ਵੀ ਹੈਗਾ, ਇਹ ਨਹੀਂ ਪਤਾ ਇਹਦੇ ਵਿੱਚ ਕੀ ਹੈਗਾ, ਮਗਰ ਬਹੁਤ ਜ਼ਿਆਦਾ ਕਮਜ਼ੋਰੀ ਇਹਦੀ ਹੈਗੀ ਹੈ ਕਿ ਇਹ ਅੱਜ ਤੱਕ ਆਪਣੇ ਗੁਰੂਆਂ ਦਾ, ਆਪਣੀ ਪੰਜਾਬੀਅਤ ਦਾ ਪ੍ਰਚਾਰ ਜਿਹੜਾ ਕਿ ਈਵਨ ਪੰਜਾਬ ਤੋਂ ਬਾਹਰ ਵੀ ਨਹੀਂ ਕਰ ਪਾਏ। ਕੀ ਲੱਗਦਾ ਤੁਹਾਨੂੰ ਇਹ ਕੋਈ ਕਾਰਨ ਬਣਦਾ ਵਾ ਆਪਣੀ ਪੰਜਾਬੀਅਤ ਦੀ ਘਾਟ ਦੇ ਵਿੱਚ? ਇਹਦਾ ਕੁਝ ਕਾਰਨ ਹੈਗਾ, ਕੁਝ ਰੋਲ ਹੈਗਾ ਇਹਨਾਂ ਦਾ? ਹਾਂਜੀ ਰਮੀਤ ਜੀ, ਇੱਥੇ ਮੈਂ ਇੱਕ ਗੱਲ ਕਰਾਂਗਾ ਵੀ ਦੇਖੋ, SGPC ਇੱਕ ਅਦਾਰਾ ਹੈ ਜਿਹੜਾ ਸਰਕਾਰ ਦੇ ਦਬਾਅ ਹੇਠਾਂ ਕੰਮ ਕਰਦਾ ਹੈ। ਹਾਂਜੀ, ਉਹਨੇ ਉਹੀ ਕੰਮ ਕਰਨਾ ਹੈ ਜੋ ਉਹਨੂੰ ਉੱਪਰੋਂ ਪ੍ਰੈਸ਼ਰ ਪੈਣਾ ਹੈ। ਪਰ ਜਿਹੜੀ ਪੰਜਾਬੀ ਦੀ ਗੱਲ ਹੈ, ਇਹ ਸਾਨੂੰ ਘਰ ਤੋਂ ਸ਼ੁਰੂ ਕਰਨੀ ਪੈਣੀ ਹੈ। ਜਦੋਂ ਤੱਕ ਅਸੀਂ ਘਰ ਦੇ ਅੰਦਰੋਂ ਪੰਜਾਬੀ ਲਿਖਣੀ, ਪੜ੍ਹਨੀ ਜਾਂ ਬੋਲਣੀ ਨਹੀਂ ਸਿਖਾਓਗੇ, ਕਿਸੇ ਬਾਹਰ ਦੀ ਸਰਕਾਰਾਂ ਤੇ ਅਸੀਂ ਆਸ ਨਹੀਂ ਕਰ ਸਕਦੇ ਹਾਂ। ਕਿਸੇ ਟੀਚਰ ਨੇ ਘੋਟ ਕੇ ਸਾਨੂੰ ਪੰਜਾਬੀ ਨਹੀਂ ਪਾਣੀ ਹੈ, ਉਹਨਾਂ ਨੇ ਉਹੀ ਕੰਮ ਕਰਨਾ ਹੈ ਜੋ ਦੱਸਿਆ ਜਾਣਾ ਹੈ, ਜੋ ਬੋਲਿਆ ਜਾਣਾ ਹੈ। ਅਸੀਂ SGPC ਨੂੰ ਬਲੇਮ ਕਰਦੇ ਆ, ਅਸੀਂ ਹੋਰ ਪਾਰਟੀ ਨੂੰ ਬਲੇਮ ਕਰਦੇ ਆ, ਇਹਦਾ ਸਾਨੂੰ ਕੋਈ ਉਦੋਂ ਤੱਕ ਫਾਇਦਾ ਨਹੀਂ ਹੋਏਗਾ ਜਦੋਂ ਤੱਕ ਅਸੀਂ ਆਪਣੇ ਘਰ ਤੋਂ ਪੰਜਾਬੀਅਤ ਨਹੀਂ ਸ਼ੁਰੂ ਕਰਨਗੇ। ਆਪਣੀ ਮਾਂ ਬੋਲੀ ਦੀ ਬਚਾਅ ਅਸੀਂ ਆਪਣੇ ਆਪ ਨਹੀਂ ਕਰਾਂਗੇ। ਸਾਨੂੰ ਪਹਿਰੇ ਲਾਣੇ ਪੈਣੇ ਪੰਜਾਬੀ ਪਿੱਛੇ, ਸਾਨੂੰ ਖੜਨਾ ਪੈਣਾ ਹੈ ਆਪਣੀ ਮਾਤਰ ਭਾਸ਼ਾ ਪੰਜਾਬੀ ਪਿੱਛੇ। ਤੇ ਤੁਹਾਡਾ ਕੀ ਟੇਕ ਹੈ ਜੀ ਇਹਦੇ ਤੇ ਸੁਖਬੀਰ ਸਿੰਘ ਜੀ, ਜਿਹੜਾ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਹੈ? ਤੁਹਾਨੂੰ ਕੀ ਲੱਗਦਾ ਕਿ ਉਹ ਜਸਟੀਫਾਈ ਕਰਦੀ ਪਈ ਹੈ ਜਿਹੜਾ ਪੰਜਾਬੀ ਦਾ ਪ੍ਰਚਾਰ? ਦੇਖੋ ਜੀ, ਗੱਲ ਇਦਾਂ ਕਿ ਜੇ ਤੁਸੀਂ, ਮੈਨੂੰ ਨਹੀਂ ਪਤਾ ਕਿ ਤੁਸੀਂ ਖਾਲਸਾ ਸਕੂਲ ਚੋਂ ਜਾਂ ਖਾਲਸਾ ਕਾਲਜ ਤੋਂ ਪੜ੍ਹੇ ਹੋ। ਮੈਂ ਖਾਲਸਾ ਕਾਲਜ ਤੋਂ ਵੀ ਪੜ੍ਹਿਆ ਤੇ ਮੈਂ ਆਪਣੀ ਡਿਗਰੀ ਵੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਕੀਤੀ, ਲੁਧਿਆਣੇ ਤੋਂ, ਜਿਹੜੇ ਕਿ ਦੋਨੇ ਹੀ SGPC ਦੇ ਅਦਾਰੇ ਆ। ਹੁਣ ਜੇ ਦੇਖਿਆ ਜਾਵੇ ਤੇ ਇਹ ਹੀ ਹਰ ਖਾਲਸਾ ਕਾਲਜ ਦੇ ਵਿੱਚ ਜਾਂ ਹਰ ਖਾਲਸਾ ਸਕੂਲ ਦੇ ਵਿੱਚ ਜਾਂ ਜਿੰਨੇ ਵੀ SGPC ਦੇ ਵੱਡੇ ਕਾਲਜ ਆ, ਉਹਨਾਂ ਵਿੱਚ ਗੁਰਦੁਆਰੇ ਬਣੇ ਹੋਏ ਸੀ ਪਹਿਲਾਂ, ਹੁਣ ਵੀ ਬਣਾਉਂਦੇ ਹੋਣਗੇ, ਮੈਨੂੰ ਪਤਾ ਨਹੀਂ। ਸੋ ਕਿਸੇ ਟਾਈਮ ਤੇ ਜੇ ਥੋੜਾ ਜਿਹਾ ਪਿੱਛੇ ਚੱਲ ਜਾਓ, ਉੱਥੇ ਪ੍ਰਚਾਰ ਹੁੰਦਾ ਸੀ। ਸਵੇਰ ਨੂੰ ਖਾਲਸਾ ਕਾਲਜ ਜਲੰਧਰ ਦੇ ਵਿੱਚ ਜੇ ਕਲਾਸਾਂ 8:30 ਸਟਾਰਟ ਹੋਣੀਆਂ ਜਾਂ 9 ਵਜੇ ਹੋਣੀਆਂ ਸੀ, 1 ਘੰਟਾ ਪਹਿਲਾਂ ਉੱਥੇ ਸਪੀਕਰਾਂ ਦੇ ਉੱਤੇ ਸਾਰੀਆਂ ਬਿਲਡਿੰਗਾਂ ਵਿੱਚ ਕੀਰਤਨ ਵੀ ਚੱਲਦਾ ਸੀ। ਇਹ ਮੇਰੇ ਆਪਣੇ ਹੁੰਦਿਆਂ ਤੇ ਮੇਰੇ ਪੜ੍ਹਦਿਆਂ ਤੇ ਚੱਲਿਆ। ਪਰ ਹੋਇਆ ਕੀ ਆ ਕਿ ਉਹ SGPC ਜਿਹੜੀ ਸੀ ਉਹਦਾ ਰਾਜਸੀਕਰਨ ਹੋ ਗਿਆ। ਪਹਿਲਾਂ ਰਾਜਸੀਕਰਨ ਨਹੀਂ ਸੀਗਾ। ਤੁਸੀਂ ਦੇਖੋ ਟੋੜਾ ਸਾਹਿਬ ਤੋਂ ਪਹਿਲਾਂ ਜਾਂ ਟੋੜਾ ਸਾਹਿਬ ਦੇ ਟਾਈਮ ਤੱਕ ਵੀ, ਠੀਕ ਹੈ ਨਾ ਜੀ, ਉਹ ਖੜ ਜਾਂਦੇ ਸੀ ਚੀਫ ਮਿਨਿਸਟਰ ਦੇ ਅਗੇਂਸਟ, ਉਹ ਅਕਾਲੀ ਦਲ ਦੇ ਪ੍ਰਧਾਨ ਦੇ ਅੱਗੇ ਖੜ ਜਾਂਦੇ ਸੀ, ਉਹ ਖੜਦੇ ਸੀ। ਔਰ ਹੁਣ ਉਸ ਤੋਂ ਬਾਅਦ ਕੀ ਹੋਇਆ, ਤੁਹਾਨੂੰ ਸਾਰੀ ਗੱਲ ਦਾ ਪਤਾ। ਸੋ ਇਹ ਜਿਹੜੀਆਂ ਪਾਰਟੀਆਂ ਆ, ਪੋਲੀਟੀਕਲ ਪਾਰਟੀਆਂ ਆ, ਰਾਜਨੀਤਿਕ ਦਲ ਆ, ਇਹ ਸਾਰੇ ਕਿਸੇ ਹੋਰ ਦੇ ਥੱਲੇ ਕੰਮ ਕਰ ਰਹੇ ਆ, ਉਹਨਾਂ ਥੱਲੇ SGPC ਕੰਮ ਕਰ ਰਹੀ ਆ। ਇਸ ਕਰਕੇ SGPC ਜੇ ਤਾਂ ਆਜ਼ਾਦ ਹੋਵੇ ਤੇ ਉਹ ਅਸੀਂ ਉਹਨਾਂ ਤੇ ਕੁਐਸਚਨ ਚੱਕ ਸਕਦੇ, ਪਰ ਉਹ ਆਜ਼ਾਦ ਹੀ ਨਹੀਂ ਆ। ਔਰ ਇਹਦੇ ਚ ਕਿਸੇ ਦਾ ਕਸੂਰ ਨਹੀਂ, ਉਹ ਸਾਡੇ ਆਪਣੇ ਲੋਕਾਂ ਦਾ ਕਸੂਰ ਆ ਵੀ ਅਸੀਂ ਸ਼ਰਾਬਾਂ ਦੇ ਬੱਟੇ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਉੱਥੇ ਭੇਜ ਦਿੰਦੇ ਆ। ਅਸੀਂ ਇਹ ਨਹੀਂ ਸੋਚਦੇ ਵੀ ਇਹ ਸਾਡਾ ਘਾਣ ਕਰ ਰਹੇ ਆ। ਬਿਲਕੁਲ ਸਹੀ, ਬਿਲਕੁਲ ਸਹੀ। ਤੁਹਾਡਾ ਕੋਈ ਲਾਸਟ ਦੇ ਉੱਤੇ ਤਰਲੋਚਨ ਸਿੰਘ ਜੀ, ਤੁਹਾਡਾ ਕੋਈ ਟੇਕ? ਹਾਂਜੀ, ਇਹ ਜੀ ਸਾਨੂੰ ਇੱਕ ਇਹੋ ਜਿਹੀ ਲਹਿਰ ਦੀ ਲੋੜ ਹੈ, ਕਿਉਂਕਿ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਪੰਜਾਬੀ ਨੂੰ ਜੜ ਤੋਂ ਪੱਟ ਦੇਣਾ ਹੈ, ਅਸੀਂ ਪੰਜਾਬੀ ਚੱਲਣ ਨਹੀਂ ਦੇਣੀ, ਸਾਨੂੰ ਚਾਹੀਦਾ ਸਾਨੂੰ ਇਕੱਠ ਹੋ ਕੇ ਇਹਨਾਂ ਲੋਕਾਂ ਨੂੰ ਇਹੋ ਜਿਹਾ ਜਵਾਬ ਦਈਏ ਜਿਹੜੇ ਕਹਿੰਦੇ ਨੇ ਅਸੀਂ ਪੰਜਾਬੀ ਦੀ ਜਿਹੜਾ ਪੱਟ ਦੇਣੀ ਹੈ, ਅਸੀਂ ਇਹਨੂੰ ਇਹਨਾਂ ਮਜ਼ਬੂਤ ਕਰ ਦਈਏ ਕਿ ਉਹਨੂੰ ਹਿਲਾ ਵੀ ਨਾ ਪਾਵਣੇ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਘੱਟੋ ਘੱਟ ਇੱਕ ਲਹਿਰ ਦੀ ਜ਼ਰੂਰ ਲੋੜ ਹੈ, ਜਿਹੜੀ ਕਿ ਪੰਜਾਬੀ ਭਾਸ਼ਾ ਦੀ ਲਹਿਰ ਹੋਵੇ। ਤੇ ਜੇ ਉਸ ਲਹਿਰ ਦੇ ਨਾਲ ਹੀ ਫਿਰ ਇਹ ਸਰਕਾਰਾਂ ਦੇ ਉੱਤੇ ਕੁਝ ਦਬਾਅ ਹੋ ਸਕਦਾ ਹੈ ਕਿ ਜਿਹੜੀ ਪੰਜਾਬੀ ਨੂੰ ਕਿਸੇ ਨਾ ਕਿਸੇ ਰਾਜਸੀਕਰਨ ਕਰਕੇ ਦਬਾਇਆ ਜਾ ਰਿਹਾ, ਘਟਾਇਆ ਜਾ ਰਿਹਾ। ਈਵਨ ਕਿ ਇਹਨੂੰ ਵਾਕਈ ਬਿਲਕੁਲ ਜੇ ਇਹਨਾਂ ਨੇ ਸਹੀ ਕਿਹਾ ਕਿ ਇਹਨੂੰ ਇਤਿਹਾਸ ਦੀ ਤਰ੍ਹਾਂ ਇੱਕ ਇਤਿਹਾਸ 'ਚ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਬੀਰ ਸਿੰਘ ਜੀ, ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਇਸ ਪੰਜਾਬੀ ਨੂੰ ਲੈ ਕੇ? ਮੇਰਾ ਤੇ ਇੱਕੋ ਹੀ ਸੰਦੇਸ਼ ਹੈ ਜੀ ਕਿ
ਜੇ ਅਸੀਂ ਆਪਣੇ ਪੰਜਾਬੀਅਤ ਵੱਲ ਝਲਕ ਮਾਰੀਏ, ਕਦੀ ਇੱਥੇ ਦੰਗੇ ਨਹੀਂ ਹੋਏ, ਕਦੀ ਇੱਥੇ ਲੋਕਾਂ ਨੇ ਫੜ ਕੇ ਦੂਜਿਆਂ ਨੂੰ ਨਹੀਂ ਮਾਰਿਆ, ਸਿੱਖਾਂ ਨੇ ਖਾਸ ਕਰਕੇ। ਸੋ ਇਹਦੇ ਪਿੱਛੇ ਇਹ ਪੰਜਾਬੀ ਜਿਹੜੀ ਬੋਲੀ ਆ, ਗੁਰਮੁਖੀ ਬੋਲੀ ਆ, ਇਹਦਾ ਪਿੱਛੇ ਬਹੁਤ ਇਹਦਾ ਹੱਥ ਆ। ਬਹੁਤ ਚੰਗੇ ਇਨਸਾਨ ਬਣਨਾ ਦੱਸਦੀ ਸਾਨੂੰ ਪੰਜਾਬੀ ਬੋਲੀ, ਕਿਉਂਕਿ ਪੰਜਾਬੀ ਬੋਲੀ ਦੇ ਆਸਰੇ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਵਾਂ, ਜਿਹਦੇ ਕਰਕੇ ਅਸੀਂ ਸਾਡੇ ਹੱਥ ਬੱਧੇ ਹੋ, ਅਸੀਂ ਕੋਈ ਮਾੜਾ ਕਰਮ ਨਹੀਂ ਕਰ ਸਕਦੇ। ਸੋ ਪੰਜਾਬੀ ਦਾ ਖਤਮ ਹੋਣਾ, ਪੰਜਾਬੀਅਤ ਦਾ ਖਤਮ ਹੋਣਾ ਆ, ਸਿੱਖੀ ਦਾ ਖਤਮ ਹੋਣਾ ਆ, ਤਾਂ ਜਿਹਦੇ ਨਾਲ ਉੱਥੇ ਦੇਵਤੇ ਨਹੀਂ, ਉੱਥੇ ਰਾਖਸ਼ ਪੈਦਾ ਹੋਣਗੇ। ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਇਹਨੂੰ ਬਚਾਓ, ਤਾਂ ਕਿ ਚੰਗੇ ਇਨਸਾਨ, ਚੰਗੀਆਂ ਗੱਲਾਂ ਸਾਡੇ ਬੱਚਿਆਂ ਦੇ ਵਿੱਚ, ਗਾਂ ਤੋਂ ਸਾਡੀਆਂ ਜਨਰੇਸ਼ਨਾਂ ਵਿੱਚ ਆਉਣ, ਉਹ ਚੰਗਾ ਇੱਕ ਮਾਹੌਲ ਸਿਰਜਣ, ਉਹ ਇੱਕ ਚੰਗੀ ਸੁਸਾਇਟੀ ਪੈਦਾ ਕਰਨ, ਜਿਹਦੇ ਨਾਲ ਪੂਰਾ ਜਿਹੜਾ ਵਿਸ਼ਵ ਆ ਉਹ 'ਚ ਸ਼ਾਂਤੀ ਦਾ ਸੰਦੇਸ਼ ਜਾਵੇ। ਬਹੁਤ ਸੋਹਣਾ ਤੁਸੀਂ ਫਰਮਾਇਆ। ਪੰਜਾਬੀ ਬੋਲੀ ਸਿਰਫ ਇਹ ਨਹੀਂ ਕਿ ਇੱਕ ਬੋਲੀ ਹੈ, ਇਹਦੇ ਨਾਲ ਇੱਕ ਇਨਸਾਨ ਦੇ ਅੰਦਰ ਇਨਸਾਨੀਅਤ ਜਾਗਦੀ ਹੈ, ਗੁਰਮੁਖੀ ਜਾਗਦੀ ਹੈ। ਤੇ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਆਪਾਂ ਗੁਰੂ ਦੇ ਨਾਲ ਜੁੜਦੇ ਹਾਂ, ਆਪਣੀ ਸਿੱਖੀ ਦੇ ਨਾਲ ਜੁੜਦੇ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਚਾਹਾਂਗਾ। ਅੱਜ ਦੇ ਲਈ ਜੁੜਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638।